ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਵਿੰਦ। ਏਕੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਸਤਿਰੂਪ ਪਰਮਾਤਮਾ, ਸਭ ਘਟ ਰਹਿਓ ਵਿਆਪ। ਜਿਨ ਜਾਨਾ ਤਾਕੋ ਆਨੰਦ, ਔਰ ਨ ਜਾਣਤੇ ਆਪ। ਦੁਹਰਾ ਸਤਿਰੂਪ ਪਰਮਾਤਮਾ, ਸਭ ਘਟ ਰਹਿਓ ਵਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਸਾਧ ਸੰਗਤ ਜੀਓ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸੰਧਿਆ ਦੇ ਸਮੇਂ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋਇਆ। ਨਿੱਤਾ ਪ੍ਰਤੀ ਦੇ ਨਿਯਮ ਕੀਰਤਨ ਦੀਵਾਨ ਉਪਰੰਤ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰਾਂ ਦੇ ਸਰਗੁਣ ਸਰੂਪ ਦੀ ਸੋਹਣੀ ਸੁੰਦਰ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਦੁਆਰਾ ਜੋ ਲਿਖੀ ਗਈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਤਿਗੁਰਾਂ ਦੇ ਪਵਿੱਤਰ ਜੀਵਨ ਪ੍ਰਸੰਗਾਂ ਨੂੰ ਸਰਵਣ ਕਰੀਏ। ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਮੈਂ ਬੇਨਤੀ ਕਰਾਂਗਾ ਜੋ ਅਕਸਰ ਹੀ ਇਸ ਮੰਚ ਤੋਂ ਕਰੀਦੀ ਹੈ ਕਿ ਭਾਵੇਂ ਕਿ ਸਪੀਕਰਾਂ ਦੀ ਆਵਾਜ਼ ਬਹੁਤ ਦੂਰ ਤੱਕ ਪਿੰਡ ਤੱਕ ਵੀ ਸੁਣਾਈ ਦਿੰਦੀ ਹੈ, ਪਰ ਫਿਰ ਵੀ ਜੋ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀ ਭਰਨ ਦਾ ਆਨੰਦ ਹੈ, ਉਹ ਆਨੰਦ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ। ਜਿਹੜੀਆਂ ਸੰਗਤਾਂ ਦੇਸ਼ ਵਿਦੇਸ਼ ਤੋਂ, ਕੋਈ ਦੂਜੀਆਂ ਸਟੇਟਾਂ ਤੋਂ ਜਾਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪਹੁੰਚੀਆਂ ਹੋਈਆਂ ਗੁਰੂ ਕੇ ਦੀਦਾਰ ਕਰਨ, ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਲੈ ਕੇ, ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਤੁਸੀਂ ਭਾਈ ਭਾਵੇਂ ਕੋਈ ਸੁਖਮਨੀ ਸਾਹਿਬ ਦੀ ਸੇਵਾ ਕਰਾ ਰਿਹਾ, ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾ ਰਿਹਾ, ਜਿਹੜੇ ਪਰਿਵਾਰਾਂ ਸਮੇਤ ਤੁਸੀਂ ਪਹੁੰਚੇ ਹੋ, ਤੁਸੀਂ ਵੀ ਕਮਰਿਆਂ ਦੇ ਵਿੱਚ ਨਾ ਬੈਠੇ ਰਿਹਾ ਕਰੋ, ਕਿਉਂਕਿ ਆਪਾਂ ਲਾਹਾ ਪ੍ਰਾਪਤ ਕਰਨ ਵਾਸਤੇ ਆਏ ਹਾਂ।
ਕਮਰਿਆਂ 'ਚ ਸੌਣ ਵਾਸਤੇ ਜਾਂ ਇੱਧਰ ਉੱਧਰ ਪਾਰਕਾਂ ਵਿੱਚ ਘੁੰਮ ਕੇ ਸੈਲਫੀਆਂ ਲੈਣ ਵਾਸਤੇ, ਫੋਟੋਆਂ ਖਿੱਚਣ ਵਾਸਤੇ ਨਹੀਂ ਆਉਂਦੇ। ਸੋ ਬੇਨਤੀ ਹੈ ਕਿ ਜਦੋਂ ਗੁਰੂ ਕੇ ਦਰਬਾਰ ਵਿੱਚ ਵਿਚਾਰ ਹੋ ਰਹੀ ਹੋਵੇ, ਗੁਰਮਤਿ ਦੀ, ਗੁਰ ਇਤਿਹਾਸ ਦੀ ਵਿਚਾਰ ਹੋ ਰਹੀ ਹੋਵੇ, ਸੋ ਉਸ ਵੇਲੇ ਜ਼ਰੂਰ ਸਾਰੇ ਹਾਜ਼ਰੀ ਭਰਿਆ ਕਰੋ। ਬੜੇ ਪਿਆਰ ਦੇ ਨਾਲ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ। ਜਿਹੜੇ ਜਿੱਥੋਂ ਤੱਕ ਆਵਾਜ਼ ਸੁਣ ਰਹੀ ਆ ਪਹੁੰਚ ਸਕਦੇ ਹੋ ਤਾਂ ਗੁਰਦਰਬਾਰ ਵਿੱਚ ਜੁੜ ਕੇ ਬੈਠਣ ਦੀ ਕਿਰਪਾਲਤਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜ ਰਹੇ ਆ। ਆਪਾਂ ਸਰਵਣ ਕਰ ਰਹੇ ਸੀ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰੂ ਕਾ ਬਚਨ ਵੇਚਣ ਵਾਲਾ ਸਿੱਖ ਹਰਗੋਪਾਲ, ਉਹਦਾ ਪਿਤਾ ਵਿਸ਼ੰਬਰ ਦਾਸ, ਅਤੇ ਇਹ ਵਿਸ਼ੰਬਰ ਦਾਸ ਦੀਆਂ ਦੋਵੇਂ ਧਰਮ ਪਤਨੀਆਂ ਅਤੇ ਨਾਲ ਗੁਰੂ ਕਾ ਬਚਨ ਖਰੀਦਣ ਵਾਲਾ ਸਿੱਖ ਭਾਈ ਧਿਆਨ ਸਿੰਘ ਵੀ ਪਹੁੰਚਿਆ ਹੋਇਆ ਹੈ। ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਉੱਤੇ ਬਹੁਤ ਅਨੰਤ ਰਹਿਮਤਾਂ ਦਾ ਮੀਂਹ ਵਰਸਾਇਆ, ਖੁਸ਼ੀਆਂ ਬਖਸ਼ਿਸ਼ ਕੀਤੀਆਂ। ਅਤੇ ਉਸ ਤੋਂ ਉਪਰੰਤ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸੰਸਾਰ ਦੀ ਨਾਸ਼ਵਾਨਤਾ ਬਾਰੇ ਦੱਸਿਆ ਔਰ ਵਾਹਿਗੁਰੂ ਦੇ ਵਿੱਚ ਪ੍ਰੇਮ ਲਾਉਣ ਬਾਰੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਉਹਦੀ ਕਥਾ ਆਪਾਂ ਬੀਤੇ ਕੱਲ੍ਹ ਸਰਵਣ ਕੀਤੀ ਸੀ। ਸਤਿਗੁਰ ਨੇ ਬਚਨ ਕੀਤੇ ਸਨ ਕਿ ਪ੍ਰੇਮ ਬਿਨਾ ਫੋਕੇ ਸਭ ਕਾਮ, ਪ੍ਰੇਮ ਕਰੈ ਸਿਮਰੈ ਸਤਨਾਮ। ਕਹਿੰਦੇ ਪ੍ਰੇਮ ਤੋਂ ਬਿਨਾਂ ਸਾਰੇ ਹੀ ਕਾਜ ਫੋਕੇ ਹਨ, ਝੂਠੇ ਹਨ, ਕੂੜੇ ਹਨ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਆਪਣੀ ਬਾਣੀ ਦੇ ਵਿੱਚ ਵੀ ਪ੍ਰੇਮ ਨੂੰ ਬੜੀ ਮਹਾਨਤਾ ਦਿੱਤੀ। ਕੱਲ੍ਹ ਵੀ ਵਿਚਾਰਿਆ ਸੀ ਆਪਾਂ, ਕਹਾ ਭਇਓ ਜੋ ਦੋਊ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਾਹੋਂ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਤਿਗੁਰਾਂ ਨੇ ਪ੍ਰੇਮ ਦੀ ਮਹਾਨਤਾ ਕੱਲ੍ਹ ਦੱਸੀ ਔਰ ਦੱਸਿਆ ਕਿ ਇਸ ਪ੍ਰੇਮ ਤੋਂ ਬਿਨਾਂ ਕਿੰਨੇ ਦੁਨੀਆ ਵਿੱਚ ਸ਼ਕਤੀਸ਼ਾਲੀ ਕਹਾਉਣ ਵਾਲੇ ਲੋਕ ਖਾਲੀ ਹੱਥੀਂ ਤੁਰ ਗਏ, ਹਰਨਾਖਸ਼ ਵਰਗੇ, ਜਿਹਦਾ ਕਰਕੇ ਨਰਸਿੰਘ ਰੂਪ ਧਾਰਨ ਕਰਨਾ ਪਿਆ ਭਗਵਾਨ ਨੂੰ। ਭਗਵਾਨ ਵਿਸ਼ਨੂੰ ਦਾ ਚੌਥਾ ਅਵਤਾਰ ਪ੍ਰਹਲਾਦ ਦੀ ਪ੍ਰੇਮ ਕਰਨ ਵਾਲੇ ਦੀ ਰੱਖਿਆ ਕੀਤੀ। ਇਸੇ ਪ੍ਰਕਾਰ ਸਹੰਸਰ ਬਾਹੂ ਨੂੰ ਮਾਰਨ ਦੇ ਲਈ ਜਿਹਨੇ ਜਮਦਗਨੀ ਰਿਸ਼ੀ ਨੂੰ ਮਾਰ ਦਿੱਤਾ ਸੀ, ਔਰ ਕਾਮਧੇਨ ਗਊ ਦੇ ਜਿਹਨੇ ਤੀਰ ਮਾਰੇ ਸਨ, ਸੋ ਉਹਨੂੰ ਖਤਮ ਕਰਨ ਦੇ ਲਈ ਬ੍ਰਾਹਮਣ ਸੁੱਤ ਜਮਦਗਨੀ ਦਾ ਪੁੱਤਰ ਪਰਸ਼ੂਰਾਮ ਫਿਰ ਉਹ ਆਇਆ ਅਤੇ ਉਹਨੇ ਇਹ ਛੱਤਰੀਆਂ ਦੀਆਂ ਜਿਹੜੀਆਂ 21 ਕੁਲਾਂ ਨੂੰ ਖਤਮ ਕੀਤਾ, ਇਹਨਾਂ ਨੂੰ ਮਾਰ ਮੁਕਾਇਆ। ਉਸ ਬ੍ਰਾਹਮਣ ਨੇ ਖੱਤਰੀਆਂ ਨੂੰ ਇਹਨਾਂ ਦੇ ਖੂਨ ਦਾ ਤਲਾਬ ਭਰ ਕੇ ਉਹਦੇ ਵਿੱਚ ਇਹ ਨਹਾਤਾ, ਇਸ਼ਨਾਨ ਕੀਤਾ। ਸੋ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਧਾਰਨ ਕਰਨਾ, ਪ੍ਰੇਮ ਇੰਨਾ ਮਨ ਤੇਰੇ ਵਿੱਚ ਹੋਵੇ ਕਿ ਤੇਰੇ ਸਰੀਰ ਨੂੰ, ਤੇਰੇ ਮਨ ਨੂੰ ਪੁਲਕਾਵਲੀ ਆ ਜਾਵੇ। ਜਦੋਂ ਤੂੰ ਉਹ ਅਨਾਹਤ ਦੀ ਬਾਤ ਕਰੇ, ਉਹ ਜਿਹੜਾ ਇੱਕ ਰਸ ਵਾਹਿਗੁਰੂ ਪਰਮਾਤਮਾ ਉਹਦਾ ਸਿਮਰਨ ਚੱਲੇ, ਤਾਂ ਤੇਰਾ ਤਨ ਮਨ ਖਿੜ ਜਾਵੇ। ਸੋ ਭੂਲ ਨਾ ਆਨ ਕਹੋ ਚੇਤੋ ਪ੍ਰਾਨੀ, ਉਹ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਭੁੱਲ ਕੇ ਵੀ ਚੇਤੇ ਨਾ ਕਰੀ, ਕਿਉਂਕਿ ਉਹ ਤੇਰੇ ਅੰਦਰ ਵਸਦਾ ਹੈ। ਸਗਲ ਬੈਸੰਤਰ ਮਹਿ ਬੈਸੰਤਰ, ਸਗਲ ਦੂਧ ਮਹਿਕੀਆ। ਕਹਿੰਦੇ ਜਿਵੇਂ ਸਾਰੀਆਂ ਲੱਕੜਾਂ ਦੇ ਵਿੱਚ ਅਗਨੀ ਹੁੰਦੀ ਹੈ ਨਾ, ਤੇ ਸਾਰੇ ਦੁੱਧਾਂ ਦੇ ਵਿੱਚ ਘਿਓ ਹੁੰਦਾ ਹੈ, ਇਸੇ ਤਰ੍ਹਾਂ ਉਹ ਵਾਹਿਗੁਰੂ ਹਰੇਕ ਹਿਰਦੇ ਦੇ ਵਿੱਚ ਵਸ ਰਿਹਾ ਹੈ। ਸੋ ਉਹ ਵਾਹਿਗੁਰੂ ਪਰਮੇਸ਼ਰ ਪੱਥਰਾਂ ਦੇ ਵਿੱਚ ਜਿਵੇਂ ਅਗਨੀ ਹੁੰਦੀ ਆ ਉਵੇਂ ਵਸ ਰਿਹਾ, ਪਰ ਪੱਥਰ ਦੇ ਵਿੱਚ ਜਿਹੜੀ ਅਗਨੀ ਹੈ ਉਹ ਸਾਹਮਣੇ ਦਿਖਾਈ ਨਹੀਂ ਦਿੰਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਏਕ ਹੀ ਭਾਸਤ ਸ਼ਾਂਤ ਕੋ ਰਾਖਤ, ਤਿਉ ਤੋਹਿ ਅੰਤਰ ਚੇਤਨ ਮਾਨੀ। ਕਹਿੰਦੇ ਜਿਵੇਂ ਪੱਥਰ ਦੇ ਵਿੱਚ ਅਗਨੀ ਪ੍ਰਤੱਖ ਤੌਰ 'ਤੇ ਤਾਂ ਨਹੀਂ ਦਿਖਦੀ, ਪਰ ਉਹਦਾ ਆਭਾਸ ਉਹਦੇ ਵਿੱਚ ਹੈ ਪੱਥਰ ਦੇ ਵਿੱਚ। ਇਸੇ ਤਰ੍ਹਾਂ ਵਾਹਿਗੁਰੂ ਤੈਨੂੰ ਸਾਹਮਣੇ ਦਿਖਦਾ ਨਹੀਂ, ਪਰ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ। ਸੋ ਉਹਦੇ ਨਾਲ ਜੁੜ, ਅਤੇ ਜਿਹੜੀ ਮੋਹ ਦੀ ਕੂੜੀ ਕੰਧ ਹੈ ਉਹਨੂੰ ਤੋੜ ਕੇ ਉਸ ਵਾਹਿਗੁਰੂ ਸਤ ਸਰੂਪ ਦੇ ਪ੍ਰੇਮ ਦੇ ਵਿੱਚ ਜੁੜ ਜਾ, ਉਹਦੇ ਵਿੱਚ ਸਮਾਈ ਤੇਰੀ ਹੋ ਜਾਵੇ। ਇੱਥੋਂ ਤੱਕ ਆਪਾਂ ਕੱਲ੍ਹ ਸੁਣਿਆ ਸੀ। ਆਓ ਅੱਗੇ ਜਿਵੇਂ ਕਵੀ ਜੀ ਸਤਿਗੁਰਾਂ ਦਾ ਇਤਿਹਾਸ ਲਿਖ ਰਹੇ ਹੈ, 100 ਸਾਖੀ ਨੂੰ ਆਧਾਰ ਬਣਾ ਕੇ, ਜਨਮ ਸਾਖੀ ਨੂੰ ਆਧਾਰ ਬਣਾ ਕੇ। ਸੋ
ਆਓ ਆਪਾਂ ਬੜੇ ਪਿਆਰ ਦੇ ਨਾਲ ਅੱਗੇ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਦੂਰਾ ਸਤ ਰੂਪ ਪਰਮਾਤਮਾ ਸਭ ਘਟ ਰਹਿਓ ਵਿਆਪ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਵਿਸ਼ੰਬਰ ਦਾਸ, ਭਾਈ ਧਿਆਨ ਸਿੰਘ, ਭਾਈ ਹਰਗੋਪਾਲ ਤੇ ਜਿੰਨੀ ਸਮੁੱਚੀ ਸੰਗਤ ਸੀ ਸਾਰਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਖਾਲਸਾ ਜੀ, ਉਹ ਵਾਹਿਗੁਰੂ ਪਰਮੇਸ਼ਰ ਆ ਨਾ ਜਿਹੜਾ, ਉਹ ਸਤ ਰੂਪ ਹੈ, ਭਾਵ ਹਮੇਸ਼ਾ ਹੀ ਸਤ ਹੈ। ਉਹਦਾ ਤਿੰਨਾਂ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ। ਤਰਈ ਕਾਲ ਆਬਾਦ ਤਵੰਗ ਸਤ ਤਵੰਗ, ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ, ਉਹ ਸਤ ਰੂਪ ਹੈ। ਤੇ ਸਭ ਘਟ ਰਹਿਓ ਵਿਆਪ, ਸਾਰਿਆਂ ਘਟਾਂ ਵਿੱਚ, ਸਾਰਿਆਂ ਹਿਰਦਿਆਂ ਵਿੱਚ ਸਭ ਮੈਂ ਜੋਤ ਜੋਤ ਹੈ, ਸੋਏ ਕਰਕੇ ਉਹ ਵਰਤ ਰਿਹਾ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਆ ਕਿ ਉਹ ਸਾਰੇ ਹਿਰਦਿਆਂ ਵਿੱਚ ਵਸਦਾ ਹੈ। ਜਿਨ ਜਾਨਾ ਤਾਕੋ ਆਨੰਦ ਔਰ ਨ ਜਾਣਤੇ ਆਪ। ਜਿਹਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ, ਬੁੱਝ ਲਿਆ, ਉਹਦੀ ਬਾਬਤ ਸੋਝੀ ਆ ਗਈ, ਉਹਨਾਂ ਨੂੰ ਕਹਿੰਦੇ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਆ। ਔਰ ਨਾ ਜਾਣਤ ਆਪ, ਜਿਹੜੇ ਹੋਰ ਹੈ ਜਿਨ੍ਹਾਂ ਨੇ ਆਪਣੇ ਆਪੇ ਨੂੰ ਜਾਣਿਆ ਹੀ ਨਹੀਂ, ਆਪਣੇ ਆਤਮ ਸਵਰੂਪ ਨੂੰ, ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ, ਕਹਿੰਦੇ ਉਹਨਾਂ ਨੂੰ ਇਸ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਸਤ ਸੂਨ ਚੇਤਨ ਅਮਲ ਸਵੈ ਪ੍ਰਕਾਸ਼ ਅਬਿਨਾਸ਼। ਕੈਸਾ ਹੈ ਉਹ ਵਾਹਿਗੁਰੂ ਪਰਮੇਸ਼ਰ, ਕਹਿੰਦੇ ਸਤ ਸਰੂਪ ਹੈ, ਜਿਹੜਾ ਭੂਤ ਕਾਲ ਵਿੱਚ, ਭਵਿੱਖ ਕਾਲ ਵਿੱਚ, ਵਰਤਮਾਨ ਕਾਲ ਵਿੱਚ, ਸਾਰੇ ਹੀ ਸਮਿਆਂ ਦੇ ਵਿੱਚ ਹਮੇਸ਼ਾ ਸਤ ਹੈ, ਹਮੇਸ਼ਾ ਰਹਿਣ ਵਾਲਾ ਹੈ, ਜਿਹਦੀ ਹੋਂਦ ਸਦਾ ਹੀ ਹੈ। ਸੂਨ ਕਹੀਏ ਅਫੁਰ ਅਵਸਥਾ ਵਾਲਾ ਹੈ, ਜਾਂ ਸੁਨ ਨਾਮ ਆਕਾਸ਼ ਦਾ ਵੀ ਹੈ। ਜਿਵੇਂ ਆਕਾਸ਼ ਦੇ ਵਿੱਚ ਆਪਾਂ ਹੱਥ ਮਾਰੀਏ ਤਾਂ ਆਪਣੇ ਹੱਥ ਕੁਛ ਨਹੀਂ ਆਉਂਦਾ ਨਾ, ਸਾਰਾ ਖਾਲੀ ਪੁਲਾੜ ਹੀ ਹੈ, ਖਾਲੀ। ਤੇ ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਹੱਥਾਂ ਨਾਲ ਫੜ ਨਹੀਂ ਸਕਦੇ। ਅਫੁਰ ਸਰੂਪ ਹੈ, ਸੁਨ ਸਰੂਪ ਹੈ, ਉਹ ਆਕਾਸ਼ ਸਰੂਪ ਹੈ। ਇਸੇ ਪ੍ਰਕਾਰ ਕਹਿੰਦੇ ਚੇਤਨ, ਤੇ ਸਾਰਿਆਂ ਵਿੱਚ ਉਹਦੀ ਚੇਤਨਾ, ਉਹਦੀ ਸੱਤਾ ਵਰਤ ਵੀ ਰਹੀ ਹੈ। ਤੇ ਅਮਲ, ਮਲ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦੀ ਮਲ ਨਹੀਂ, ਕਿਸੇ ਪ੍ਰਕਾਰ ਦਾ ਦਾਗ ਨਹੀਂ ਉਸ ਦੇ ਉੱਤੇ। ਸਵੈ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਹੈ, ਪਰ ਤੇ ਪ੍ਰਕਾਸ਼ ਨਹੀਂ। ਜਿਵੇਂ ਕਈ ਚੀਜ਼ਾਂ ਪਰ ਤੇ ਪ੍ਰਕਾਸ਼ ਹੁੰਦੀਆਂ, ਇਹ ਜਿਹੜਾ ਚੰਦਰਮਾ ਹੈ ਪਰ ਤੇ ਪ੍ਰਕਾਸ਼ ਹੈ, ਇਹਦੀ ਆਪਣੀ ਰੌਸ਼ਨੀ ਨਹੀਂ, ਸੂਰਜ ਤੋਂ ਰੌਸ਼ਨੀ ਲੈਂਦਾ। ਤਾਰੇ ਵੀ ਉਹ ਪਰ ਤੇ ਪ੍ਰਕਾਸ਼ ਹੁੰਦੇ ਆ। ਇਸੇ ਤਰ੍ਹਾਂ ਕਈ ਚੀਜ਼ਾਂ ਪਰ ਤੇ ਪ੍ਰਕਾਸ਼ ਹੁੰਦੀਆਂ, ਪਰ ਉਹ ਵਾਹਿਗੁਰੂ ਉਹ ਸਵੈ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਨੂੰ ਕੋਈ ਪਿੱਛੋਂ ਲਾਈਟ ਨਹੀਂ ਦੇ ਰਿਹਾ, ਉਹਨੂੰ ਕੋਈ ਪਿੱਛੋਂ ਸ਼ਕਤੀ ਨਹੀਂ ਮਿਲ ਰਹੀ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ। ਜਿਹਨੂੰ ਮੂਲ ਮੰਤਰ ਵਿੱਚ ਸਤਿਗੁਰੂ ਸਾਹਿਬ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਸੈ ਭੰਗ। ਸੋ ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਅਬਿਨਾਸ਼, ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਨਾਸ਼ ਤੋਂ ਰਹਿਤ ਹੈ। ਆਤਮ ਰਾਮ ਸਵੈ ਸੰਧ ਨਿਤ ਜਾਣਤ ਪੂਰਨ ਆਸ। ਕਹਿੰਦੇ ਇਸ ਪ੍ਰਕਾਰ ਕਰਕੇ ਉਹ ਜਿਹੜਾ ਆਤਮ ਰਾਮ ਹੈ, ਸਰਬ ਦਾ ਆਤਮਾ ਹੈ, ਔਰ ਰਾਮ ਜੋ ਸਭ ਥਾਈਂ ਰਮਿਆ ਹੋਇਆ, ਜਿਹਦੀ ਹਰ ਜਗ੍ਹਾ ਦੇ ਉੱਤੇ ਹੋਂਦ ਹੈ। ਸਵੈ ਛੰਦ ਨਿਤ, ਹਮੇਸ਼ਾ ਹੀ ਆਜ਼ਾਦ ਹੈ, ਸੁਤੰਤਰ ਹੈ। ਜਾਣਤ ਪੂਰਨ ਆਸ, ਸੋ ਜਿਹੜਾ ਵੀ ਉਹਨੂੰ ਜਾਣ ਲਵੇ, ਉਹਦੀ ਹਰ ਪ੍ਰਕਾਰ ਦੀ ਆਸਾ ਪੂਰਨ ਹੋ ਜਾਂਦੀ ਹੈ। ਸੱਸੇ ਸਿੰਘ ਜਿਉ ਜਗ ਦਿਖੇ, ਬੰਦਿਆ ਸੁਤ ਕਾ ਭਾਸ। ਸੋ ਕਹਿੰਦੇ ਜਿਵੇਂ ਸਸੇ ਸਹੇ ਦੇ ਸਿੰਘ ਹੁੰਦੇ ਆ, ਹੁੰਦੇ ਤਾਂ ਨਹੀਂ ਅਸਲ ਵਿੱਚ, ਪਰ ਕਹਿੰਦੇ ਜੇ ਕੋਈ ਕਹੇ ਕਿ ਜਿਵੇਂ ਸਹੇ ਦੇ ਸਿੰਘ ਹੈ, ਉਹ ਮਿਥਿਆ ਭਾਸ ਹੀ ਆ ਨਾ, ਮਿਥੀ ਹੋਈ ਗੱਲ ਆ ਨਾ, ਅਸਲ ਸੱਚ ਤਾਂ ਨਹੀਂ, ਸਹੇ ਦੇ ਸਿੰਘ ਤਾਂ ਨਹੀਂ ਹੁੰਦੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਕਹਿੰਦੇ ਬੰਧਿਆ ਸੁਤ ਕਾ ਭਾਸ। ਜਿਵੇਂ ਕਹਿੰਦੇ ਕੋਈ ਬੰਝਿਆ ਇਸਤਰੀ ਹੈ, ਬਾਂਝ ਇਸਤਰੀ ਹੈ, ਜਿਹਦੇ ਸੰਤਾਨ ਪੈਦਾ ਨਹੀਂ ਹੁੰਦੀ, ਤੇ ਕੋਈ ਆ ਕੇ ਆਖੇ ਵੀ ਉਹ ਬਾਂਝ ਇਸਤਰੀ ਨੂੰ ਪੁੱਤਰ ਬੜਾ ਸੋਹਣਾ ਪੈਦਾ ਹੋਇਆ ਹੈ, ਬੜੀਆਂ ਉਹਦੀਆਂ ਗੋਲ ਮਟੋਲ ਅੱਖਾਂ, ਬੜਾ ਸੁੰਦਰ ਸਰੂਪ ਹੈ, ਪਰ ਉਹ ਤਾਂ ਮਿਥਿਆ ਗੱਲ ਆ ਨਾ, ਅਸਲ ਵਿੱਚ ਹੋਇਆ ਤਾਂ ਨਹੀਂ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਗਗਨ ਸੁਮਨ ਬਾਰੂ ਸਗਦ ਕਿਉ ਝੂਠਾ ਆਭਾਸ। ਕਹਿੰਦੇ ਜਿਵੇਂ ਕੋਈ ਕਹੇ ਵੀ ਗਗਨ ਦੇ ਵਿੱਚ, ਆਕਾਸ਼ ਦੇ ਵਿੱਚ ਸੁਮਨ ਫੁੱਲ,
ਫੁੱਲ ਖਿੜੇ ਹੋਏ ਆ ਵੀ ਬੜੇ ਸੋਹਣੇ ਰੰਗਾਂ ਦੇ ਫੁੱਲ ਖਿੜੇ ਹੋਏ ਆ, ਪਰ ਆਕਾਸ਼ ਵਿੱਚ ਫੁੱਲ ਤਾਂ ਨਹੀਂ ਖਿੜ ਸਕਦੇ ਨਾ। ਇਸੇ ਪ੍ਰਕਾਰ ਕਹਿੰਦੇ ਬਾਰੂ ਸਨਗਦ, ਜਿਹੜਾ ਬਾਰੂ ਨਾਮ ਹੈ ਰੇਤ ਦਾ, ਅਤੇ ਸਨਗਦ ਕਹਿੰਦੇ ਆ ਕਿਸੇ ਚੀਜ਼ ਨੂੰ ਜਿਵੇਂ ਥੰਦੀ ਹੋਵੇ, ਜਿਹੜੀ ਜਿਵੇਂ ਘਿਓ ਇਤਿਆਦਿਕ ਥੰਧਿਆਈ ਵਾਲੀਆਂ ਚੀਜ਼ਾਂ ਹੁੰਦੀਆਂ। ਕੋਈ ਕਹੇ ਕਿ ਰੇਤਾ ਬੜਾ ਥੰਧਿਆਈ ਵਾਲਾ ਹੈ, ਪਰ ਉਹ ਤਾਂ ਖੁਸ਼ਕ ਹੁੰਦਾ ਹੈ। ਸੋ ਜਿਵੇਂ ਇਹ ਗੱਲਾਂ ਮੰਨਣ ਦੇ ਵਿੱਚ ਨਹੀਂ ਆਉਂਦੀਆਂ, ਤਿਉਂ ਝੂਠਾ ਆਭਾਸ। ਇਸੇ ਪ੍ਰਕਾਰ ਇਹ ਸੰਸਾਰ ਦਾ ਵੀ ਆਭਾਸ ਹੀ ਹੈ, ਐਵੇਂ ਇੱਕ ਭੁਲੇਖਾ ਹੀ ਹੈ, ਅਸਲ ਵਿੱਚ ਸੱਤ ਨਹੀਂ ਹੈ। ਸੁਨੋ ਵਿਸੰਬਰ ਦਾਸ ਸਿੱਖ ਪੂਰੇ ਆਸਾ ਜਾਨ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਹੇ ਵਿਸ਼ੰਬਰ ਦਾਸ ਸਿੱਖਾ, ਧਿਆਨ ਦੇ ਨਾਲ ਇਹ ਸਿੱਖਿਆ ਨੂੰ ਸੁਣਨਾ ਕਰ, ਜਿਹਦੇ ਨਾਲ ਤੇਰੀਆਂ ਸਾਰੀਆਂ ਆਸਾਂ ਪੂਰਨ ਹੋਣਗੀਆਂ। ਜਨਮ ਮਰਨ ਦੋਇ ਮਿਟੇਗੋ, ਅਹਿਟ ਜਨਮ ਧਰ ਆਨ। ਕਹਿੰਦੇ ਤੇਰਾ ਜਨਮ ਮਰਨ ਮਿਟ ਜਾਵੇਗਾ, ਤੂੰ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਤੇ ਅਸ਼ਟ ਜਨਮ ਧਰ ਆਨ। ਸੋ ਇੱਥੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਵਾਂ, ਕਿਉਂਕਿ ਤੁਹਾਨੂੰ ਵੀ ਸੁਣਨ ਵਾਲਿਆਂ ਨੂੰ ਭੁਲੇਖਾ ਲੱਗ ਸਕਦਾ ਹੈ, ਅਤੇ ਵੈਸੇ ਵੀ ਜਿਹੜੇ ਆਪਣੇ ਤੌਰ 'ਤੇ ਪੜ੍ਹਦੇ ਆ ਕਿਸੇ ਚੰਗੇ ਉਸਤਾਦ ਕੋਲੋਂ ਵਿਦਿਆਲੇ ਦੇ ਵਿੱਚ ਜਾਂ ਟਕਸਾਲ ਸੰਪਰਦਾਇ ਦੇ ਵਿੱਚ ਨਹੀਂ ਪੜ੍ਹੇ ਹੁੰਦੇ, ਅਤੇ ਉਹਨਾਂ ਨੂੰ ਵੀ ਕਈ ਵਾਰ ਭੁਲੇਖੇ ਲੱਗ ਜਾਂਦੇ ਹੈ ਵੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਐਵੇਂ ਮਨ ਘੜਤ ਸਾਖੀਆਂ ਪਾਈਆਂ ਹੋਈਆਂ, ਐਵੇਂ ਮਨ ਘੜਤ ਗੱਲਾਂ ਲਿਖੀਆਂ। ਉਹ ਇੱਕ ਦੋ ਗੱਲਾਂ ਨੂੰ ਲੈ ਕੇ ਸਮੁੱਚੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰੱਦ ਕਰਨ ਲੱਗ ਪੈਂਦੇ ਹੈ। ਹਾਂ ਠੀਕ ਹੈ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਜਨਮ ਸਾਖੀ ਨੂੰ ਆਧਾਰ ਬਣਾ ਕੇ ਅਤੇ ਉਹਦਾ ਉਲੱਥਾ ਕਰਦਿਆਂ ਹੋਇਆਂ ਇਹ ਸਤਿਗੁਰਾਂ ਦਾ ਇਤਿਹਾਸ ਲਿਖਿਆ। ਪਰ ਜੇਕਰ ਗੁਰਮੁਖ ਪਿਆਰਿਓ, ਹੁਣ ਜਨਮ ਸਾਖੀ ਦੇ ਵਿੱਚ ਕਹਿੰਦੇ ਨੇ ਕਿ ਉਹ ਜਿਹੜੇ ਹਿੰਦਾਲੀਏ ਸੀ, ਬਾਬਾ ਹਿੰਦਾਲ ਨਹੀਂ ਸੀ, ਗੁਰੂ ਅਮਰਦਾਸ ਮਹਾਰਾਜ ਦਾ ਸਿੱਖ, ਜਿਹੜਾ ਗੁਰੂ ਕੇ ਲੰਗਰਾਂ ਵਿੱਚ ਆਟਾ ਗੁੰਨਣ ਦੀ ਸੇਵਾ ਕਰਦਾ ਸੀ। ਇੱਕ ਤਾਂ ਸੀ ਉਹਨਾਂ ਦੀ ਕੁਲ ਦੇ ਵਿੱਚੋਂ, ਇੱਕ ਭਗਤ ਕਬੀਰ ਸਾਹਿਬ ਦੀ ਕੁਲ ਦੇ ਵਿੱਚੋਂ ਕੋਈ ਗਾਂਹ ਹੋਇਆ ਐਸਾ ਪੈਦਾ। ਸੋ ਇਹਨਾਂ ਦੋਵਾਂ ਨੇ ਰਲ ਕੇ ਨਾ ਜਨਮ ਸਾਖੀ ਦੇ ਵਿੱਚ ਰਲਾ ਪੈਦਾ ਕਰ ਦਿੱਤਾ। ਕਈ ਗੱਲਾਂ ਵਿੱਚ ਅਨਮਤੀਆਂ ਮਨਮਤੀਆਂ ਲਿਖ ਦਿੱਤੀਆਂ, ਸਾਖੀਆਂ ਕੋਲੋਂ ਹੀ ਮਨ ਘੜੰਤ ਜੜ ਦਿੱਤੀਆਂ, ਵਿੱਚ ਘਸੋੜ ਦਿੱਤੀਆਂ। ਸੋ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣ ਵੇਲੇ ਰੈਫਰੈਂਸ ਬੁੱਕ ਜਿਹੜੀ ਅੱਗੇ ਰੱਖੀ ਸੀ ਉਹ ਜਨਮ ਸਾਖੀ ਰੱਖੀ, ਅਤੇ ਉਹਨਾਂ ਨੇ ਇਨ ਬਿਨ ਕਈਆਂ ਸਾਖੀਆਂ ਦਾ ਉਵੇਂ ਅੱਗੇ ਫਿਰ ਉਹਨਾਂ ਨੇ ਉਤਾਰਾ ਕਰ ਦਿੱਤਾ, ਆਪਣੀ ਛੰਦਾਬੰਦੀ ਦੇ ਵਿੱਚ ਰਚ ਦਿੱਤਾ। ਉਹਦੇ ਵਿੱਚ ਬਦਲਿਆ ਨਹੀਂ ਕੁਛ। ਹੁਣ ਉਹਨਾਂ ਮਹਾਂਪੁਰਸ਼ਾਂ ਦੀ ਕੀ ਇਹਦੇ ਪਿੱਛੇ ਆਸ਼ਾ ਹੋਵੇਗੀ, ਕੀ ਉਹਨਾਂ ਦਾ ਇਰਾਦਾ ਹੋਵੇਗਾ, ਉਹ ਤਾਂ ਉਹੀ ਜਾਣ ਸਕਦੇ। ਆਪਾਂ ਕਹਿ ਨਹੀਂ ਸਕਦੇ ਕੁਝ ਵੀ ਉਹਨਾਂ ਨੇ ਗਲਤ ਲਿਖਿਆ, ਕਿਉਂਕਿ ਆਪਾਂ ਨੂੰ ਟੀਕਾ ਟਿੱਪਣੀ ਕਰਨ ਦਾ ਹੱਕ ਹੀ ਨਹੀਂ ਹੈ, ਕਿਉਂਕਿ ਉਹਨਾਂ ਨੇ ਇੰਨਾ ਵੱਡਾ ਇਤਿਹਾਸਕ ਗ੍ਰੰਥ, ਇੰਨਾ ਵੱਡਾ ਇਤਿਹਾਸ ਦਾ ਖਜ਼ਾਨਾ ਸਿੱਖ ਪੰਥ ਨੂੰ ਬਖਸ਼ਿਆ ਹੈ। ਅਤੇ ਉਹਦੇ ਵਿੱਚ ਜੇ ਕੋਈ ਕਿਤੇ ਉਕਾਈ ਆਉਂਦੀ ਹੈ, ਭੁੱਲ ਆਉਂਦੀ ਹੈ, ਅਤੇ ਉਹਦੇ ਵਾਸਤੇ ਆਪਾਂ ਸਮੁੱਚੀ ਉਹਨਾਂ ਦੀ ਰਚਨਾ ਨੂੰ ਜਾਂ ਉਹਨਾਂ ਦੀ ਘਾਲਣਾ ਨੂੰ ਰੱਦ ਕਰਨ ਲੱਗ ਪਈਏ ਤਾਂ ਉਹ ਵੀ ਚੰਗੀ ਗੱਲ ਨਹੀਂ ਹੈ। ਸੋ ਜਨਮ ਸਾਖੀਆਂ ਦੇ ਵਿੱਚ ਇਹ ਰਲਾ ਪੈਦਾ ਹੋਇਆ। ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਉਹਨਾਂ ਦਾ ਉਤਾਰਾ ਕਰ ਦਿੱਤਾ, ਔਰ ਇਸ ਉਤਾਰੇ ਦੇ ਵਿੱਚ ਜੋ ਟਰਾਂਸਲੇਸ਼ਨ ਕੀਤੀ ਜਾਂ ਵਿਸਥਾਰ ਪੂਰਵਕ ਛੰਦਾਬੰਦੀ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਇਹਦੇ ਵਿੱਚ ਜਿਹੜੀਆਂ ਸਾਖੀਆਂ ਇਸ ਤਰ੍ਹਾਂ ਦੀਆਂ ਕੋਈ ਆ ਜਾਂਦੀਆਂ, ਕੋਈ ਬ੍ਰਾਹਮਣੀ ਮੱਤ ਵਾਲੀ, ਕੋਈ ਮਨਮੱਤ ਵਾਲੀ ਆ ਜਾਂਦੀ ਹੈ, ਇਹਨਾਂ ਦੇ ਵੀ ਨਾ ਹੇਠਾਂ ਸਿੱਖ ਪੰਥ ਦੇ ਮਹਾਨ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਪਰਿਆਏ ਜਾਂ ਫੁੱਟਨੋਟ ਲਿਖਿਆ ਹੇਠਾਂ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਇਹ ਗੱਲ ਗੁਰਮਤਿ ਅਨੁਸਾਰ ਸਹੀ ਨਹੀਂ ਹੈ, ਉਹ ਹੇਠਾਂ ਲਿਖ ਦਿੱਤੇ ਗਏ ਹੈ। ਅਤੇ ਜਿਹੜਾ ਕੋਈ ਸੂਝਵਾਨ ਕਥਾਵਾਚਕ ਗਿਆਨੀ ਸਿੰਘ ਹੈ, ਉਹ ਸੰਗਤ ਨੂੰ ਸੁਣਾਉਣ ਵੇਲੇ ਨਾਲੇ ਤਾਂ ਇਹ ਇਨ ਬਿਨ ਅਰਥ ਸੁਣਾ ਦਿੰਦਾ ਜੋ ਅੱਖਰੀ ਅਰਥ ਬਣਦੇ ਹੈ, ਅਤੇ ਨਾਲ ਸੰਗਤ ਨੂੰ ਸੁਚੇਤ ਵੀ ਕਰ ਦਿੰਦਾ ਕਿ ਆਹ ਗੱਲ ਗੁਰਮਤਿ ਅਨੁਸਾਰ ਨਹੀਂ ਹੈ। ਇਹ ਤਾਂ ਚਲੋ ਮੰਨਣ ਵਾਲੀ ਗੱਲ ਹੋਈ ਵੀ ਜਿਹੜੀ ਗੱਲ ਗੁਰਮਤਿ ਅਨੁਸਾਰ ਨਹੀਂ ਹੈ ਉਹ ਸੰਗਤ ਦੇ ਸਮਕਸ਼ ਰੱਖੀ ਜਾਵੇ, ਸਾਹਮਣੇ ਰੱਖੀ ਜਾਵੇ। ਪਰ ਸਮੁੱਚੀ ਰਚਨਾ ਨੂੰ ਹੀ ਰੱਦ ਕਰ ਦੇਣਾ, ਜਾਂ ਭਾਈ ਸੰਤੋਖ ਸਿੰਘ ਨੂੰ ਗਲਤ ਬੋਲਣਾ, ਅਤੇ ਜਾਂ ਫਿਰ ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਨੂੰ, ਜਿਹਦੇ ਬਾਬਤ ਹੇਠਾਂ ਭਾਈ ਵੀਰ ਸਿੰਘ ਜੀ ਨੇ ਫੁੱਟ ਨੋਟ ਵੀ ਦੇ ਦਿੱਤੇ ਹੈ, ਸਪਸ਼ਟ ਵੀ ਕਰ ਦਿੱਤਾ ਹੈ ਕਿ ਗੁਰਮਤਿ ਦਾ ਆਸ਼ਾ ਇਹ ਹੈ ਅਤੇ ਲਿਖਿਆ ਇਹ ਗਿਆ
ਫਿਰ ਵੀ ਉਹਨੂੰ ਅਣਗੌਲਿਆਂ ਕਰਕੇ ਐਵੇਂ ਹੀ ਉਹ ਗੱਲਾਂ ਚੱਕ ਕੇ ਤੇ ਗੁਰੂ ਸਾਹਿਬ ਦੇ ਉੱਤੇ ਊਜਾਂ ਕਸੀ ਜਾਣ ਜਾਂ ਗੁਰੂ ਸਾਹਿਬ ਦੇ ਉੱਤੇ ਸ਼ੰਕਾ ਕਰਨਾ ਜਾਂ ਸਟੇਜਾਂ ਦਾ ਸ਼ਿੰਗਾਰ ਇਹਨਾਂ ਗੱਲਾਂ ਨੂੰ ਬਣਾਉਣਾ। ਅੱਜ ਬਹੁਤ ਸਾਰੇ ਐਸੇ ਪ੍ਰਚਾਰਕ ਹੈ ਸੋ ਜਿਨ੍ਹਾਂ ਨੇ ਕੰਮ ਹੀ ਇਹ ਫੜਿਆ ਹੋਇਆ ਹੈ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਨਿੰਦਿਆ ਕਰੋ, ਭਾਈ ਸੰਤੋਖ ਸਿੰਘ ਦੀ ਨਿੰਦਿਆ ਕਰੋ, ਜਾਂ ਸਿੱਖਾਂ ਨੂੰ, ਸਿੱਖਾਂ ਦੇ ਜਥੇਦਾਰਾਂ ਨੂੰ, ਅਕਾਲ ਤਖਤ ਨੂੰ, ਸੰਪਰਦਾਵਾਂ ਟਕਸਾਲਾਂ ਨੂੰ ਇਹ ਸਵਾਲ ਕਰੋ ਜੀ ਤੁਹਾਡੇ ਗ੍ਰੰਥਾਂ ਵਿੱਚ ਆਹ ਲਿਖਿਆ ਹੋਇਆ ਹੈ। ਸੋ ਹੈਗੇ ਤਾਂ ਉਹ ਵੀ ਸਾਡੇ ਆਪਣੇ ਹੀ ਆ, ਪਰ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਵੱਟ ਜੀ ਪਾ ਲਈ। ਉਹ ਜਦੋਂ ਕਹਿੰਦੇ ਆ ਨਾ, ਜਦੋਂ ਆਪਾਂ ਕਿਸੇ ਨੂੰ ਕਹੀਏ ਵੀ ਆਹ ਤੁਹਾਡੀ ਗੱਲ ਆ, ਤੁਹਾਡੀ ਗੱਲ ਹੈ, ਤਾਂ ਫਿਰ ਸਾਡਾ ਤੁਹਾਡਾ ਜਿੱਥੇ ਆ ਜੇ ਫਿਰ ਉੱਥੇ ਫਰਕ ਪੈ ਹੀ ਜਾਂਦਾ ਹੁੰਦਾ ਹੈ। ਸੋ ਇਸ ਪ੍ਰਕਾਰ ਦੇ ਬਹੁਤ ਲੋਕ ਆ ਜਿਹੜੇ ਸ਼ੰਕਾ ਕਰਦੇ ਆ, ਪਰ ਚਾਹੀਦਾ ਅਸਲ ਵਿੱਚ ਇਹ ਹੈ, ਕਿਉਂਕਿ ਪਹਿਲਾਂ ਹੀ ਮੈਂ ਦੱਸ ਦਿੱਤਾ ਕਿ ਜਿਹੜਾ ਕੋਈ ਆਪਣੇ ਆਪ ਪੜ੍ਹੇਗਾ ਜਾਂ ਆਪਣੀ ਬੁੱਧੀ ਦੇ ਤਲ ਦੇ ਉੱਤੇ ਵਿਚਾਰਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗੇਗਾ। ਉਹ ਜ਼ਰੂਰ ਭਰਮੇਗਾ ਅਤੇ ਦੂਜਿਆਂ ਨੂੰ ਵੀ ਭਰਮਾਏਗਾ। ਪਰ ਜਿਹਨੇ ਕਿਸੇ ਚੰਗੇ ਉਸਤਾਦ ਕੋਲੋਂ ਸਿੱਖਿਆ, ਪੜ੍ਹਿਆ ਸੰਪਰਦਾਵਾਂ ਟਕਸਾਲਾਂ ਦੇ ਵਿੱਚ, ਫਿਰ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਪਹਿਲੀ ਗੱਲ ਤਾਂ ਭਾਈ ਵੀਰ ਸਿੰਘ ਜੀ ਨੇ ਹੇਠਾਂ ਸਪਸ਼ਟ ਕਰ ਦਿੱਤਾ ਹੋਇਆ ਜਗ੍ਹਾ ਜਗ੍ਹਾ ਦੇ ਉੱਤੇ। ਦੂਜਾ, ਕਿਸੇ ਚੰਗੇ ਉਸਤਾਦ ਕੋਲੋਂ ਮਾਰ ਖਾਧੀ, ਜਿਹਨੇ ਚੰਗਾ ਪੜ੍ਹਿਆ, ਮਿਹਨਤਾਂ ਜਿਨ੍ਹਾਂ ਨੇ ਕੀਤੀਆਂ, ਉਹ ਭਾਈ ਨਾਲ ਦੱਸ ਦਿੰਦੇ ਆ। ਸੋ ਇੱਥੇ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਜਨਮ ਮਰਨ ਤੋਹੇ ਮਿਟੇ ਹੈਗੋ, ਕਿ ਹੇ ਵਿਸ਼ੰਬਰ ਦਾਸਾ ਮੈਂ ਤੇਰਾ ਜਨਮ ਮਰਨ ਕੱਟ ਦਿੱਤਾ, ਅਤੇ ਦੂਜੇ ਪਾਸੇ ਨਾਲ ਹੀ ਉਹ ਜਨਮ ਸਾਖੀ ਵਾਲੇ ਨੇ ਲਿਖ ਦਿੱਤਾ ਕਿ ਅਸ਼ਟ ਜਨਮ ਧਰ ਆਨ, ਕਿ 8 ਜਨਮ ਤੈਨੂੰ ਹੋਰ ਧਾਰਨੇ ਪੈਣਗੇ। ਫਿਰ ਮਨ ਵਿੱਚ ਸ਼ੰਕਾ ਤਾਂ ਪੈਦਾ ਹੋ ਹੀ ਜਾਂਦਾ ਹੈ ਵੀ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਵੀ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਨ ਵਿੱਚ ਹਿਰਦੇ ਕਰਕੇ ਚੰਗੀ ਤਰ੍ਹਾਂ ਮੰਨ ਲਿਆ, ਸੁਣ ਲਿਆ ਉਹਨਾਂ ਦਾ ਉਪਦੇਸ਼, ਉਹ ਉਪਦੇਸ਼ ਨੂੰ ਕਮਾ ਕੇ ਸਾਖਸ਼ਾਤ ਪ੍ਰਤੱਖ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਉਹਨੇ ਦਰਸ਼ਨ ਕਰ ਲਏ, ਅਤੇ ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਆਉਂਦਾ, ਗਰਭ ਜੂਨੀਆਂ ਵਿੱਚ ਨਹੀਂ ਆਉਂਦਾ। ਅਤੇ ਇੱਕ ਪਾਸੇ ਇੱਥੇ ਸਤਿਗੁਰੂ ਜੀ ਕਹਿ ਰਹੇ ਆ ਵੀ ਤੈਨੂੰ 8 ਜਨਮ ਹੋਰ ਧਾਰਨੇ ਪੈਣਗੇ, ਅਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨਾਲੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਕ ਹੋਇਆ ਕੀ? ਇਹ ਸ਼ੰਕਾ ਤਾਂ ਮਨ 'ਚ ਹੋਏਗਾ। ਪਰ ਇਹਨੂੰ ਕਲੀਅਰ ਕਰਨ ਵਾਸਤੇ, ਇਹਨੂੰ ਸਪਸ਼ਟ ਕਰਨ ਵਾਸਤੇ ਮੈਂ ਬੇਨਤੀ ਕਰ ਦੇਵਾਂ ਕਿ ਇੱਦਾਂ ਦੀਆਂ ਜਿਹੜੀਆਂ ਕਈ ਗੱਲਾਂ ਹੋਰ ਵੀ ਅੱਗੇ ਆਉਣਗੀਆਂ ਇਸੇ ਪ੍ਰਸੰਗ ਦੇ ਵਿੱਚ। ਇਹ 1-2 ਪ੍ਰਸੰਗ ਆਉਣਗੇ ਇਸ ਤਰ੍ਹਾਂ ਦੇ, ਪਰ ਆਪਾਂ ਉਹਨੂੰ ਸਕਿਪ ਨਹੀਂ ਕਰਾਂਗੇ, ਛੱਡਦੇ ਨਹੀਂ ਵਿੱਚੋਂ। ਲਿਖਤੀ ਰੂਪ ਵਿੱਚ ਜਿਵੇਂ ਆ ਉਹਦੇ ਵੀ ਅਰਥ ਕਰ ਦਿਆਂਗੇ, ਅਤੇ ਨਾਲ ਜੋ ਗੁਰਮਤਿ ਦਾ ਆਸ਼ਾ ਹੈ, ਗੁਰਮਤਿ ਦਾ ਸਿਧਾਂਤ ਹੈ, ਉਹਨੂੰ ਵੀ ਵਾਚਦੇ ਜਾਵਾਂਗੇ। ਸੋ ਇੱਥੇ ਲਿਖਤੀ ਅਨੁਸਾਰ ਅਰਥ ਬਣਦੇ ਨੇ ਕਿ ਵਿਸ਼ੰਬਰ ਦਾਸਾ ਤੇਰਾ ਜਨਮ ਮਰਨ ਤਾਂ ਮਿਟ ਜਾਵੇਗਾ, ਪਰ ਤੈਨੂੰ 8 ਜਨਮ ਹੋਰ ਧਾਰਨ ਕਰਨੇ ਪੈਣਗੇ। ਤਬ ਪੁੱਛਿਓ ਸਿੱਖ ਸੋਚ ਕੇ ਕਹੀਏ ਜਾਮਾ ਮੋਰ। ਉਸ ਵੇਲੇ ਸਿੱਖ ਵਿਸ਼ੰਬਰ ਦਾਸ ਸੋਚ ਕੇ ਕਹਿਣ ਲੱਗਾ, ਮਹਾਰਾਜ ਮੇਰੇ ਜਿਹੜੇ ਹੋਰ ਜਾਮੇ ਹੋਣਗੇ, ਹੋਰ ਜਨਮ ਲੈਣੇ ਆ, ਮੈਂ ਉਹਨਾਂ ਬਾਰੇ ਦੱਸੋ। ਸਿੱਖੀ ਮੰਗੋ ਗੁਰੂ ਢਿੱਗ ਰਹੋ ਦਾਸ ਨਿਤ ਤੂਰ। ਮਹਾਰਾਜ ਮੇਰੇ ਭਾਵੇਂ 8 ਜਨਮ ਹੋਰ ਵੀ ਹੋ ਜਾਣ, ਪਰ ਫਿਰ ਵੀ ਮੈਂ ਆਪ ਜੀ ਦੇ ਚਰਨਾਂ ਵਿੱਚੋਂ ਸਿੱਖੀ ਮੰਗਦਾ ਹਾਂ। ਮੈਨੂੰ ਹਮੇਸ਼ਾ ਹੀ ਆਪਣਾ ਸਿੱਖ ਬਣਾ ਕੇ ਰੱਖਣਾ, ਹਮੇਸ਼ਾ ਤੁਹਾਡਾ ਦਾਸ ਰਹਾਂ। ਸਤਨਾਮ ਸਿਮਰੋ ਸਦਾ ਸਤਿਗੁਰ ਕਹਿਓ ਸੁਨਾਏ। ਹਾਂਜੀ, ਬਿੰਦੀ ਤੋਂ ਬਿਨਾ ਪਾਠ ਹੈ ਸਤਨਾਮ ਸਿਮਰਾਓ ਸਦਾ, ਕਿਉਂਕਿ ਗੁਰੂ ਸਾਹਿਬ ਸੰਬੋਧਨ ਕਰਕੇ ਕਹਿ ਰਹੇ ਹੈ। ਕਿਉਂਕਿ ਬਿੰਦੀ ਨਾਲ ਵੀ ਬਹੁਤ ਅਰਥਾਂ ਦਾ ਫਰਕ ਪੈ ਜਾਂਦਾ ਹੈ। ਜੇ ਆਪਾਂ ਇਵੇਂ ਪੜ੍ਹਾਂਗੇ ਕਿ ਸਤਨਾਮ ਸਿਮਰਾਓ ਸਦਾ, ਤਾਂ ਇਹਦਾ ਅਰਥ ਬਣੇਗਾ ਕਿ ਮੈਂ ਹਮੇਸ਼ਾ ਸਤਨਾਮ ਵਾਹਿਗੁਰੂ ਨੂੰ ਸਿਮਰਾਂ ਵੀ ਮੈਂ ਸਿਮਰਾਂ। ਪਰ ਇੱਥੇ ਸਤਿਗੁਰੂ ਜੀ ਕਹਿ ਰਹੇ ਹੈ ਕਿ ਸਿਮਰਾਓ, ਸਤਨਾਮ ਸਿਮਰਾਓ ਸਦਾ ਸਤਿਗੁਰੂ ਕਹਿਓ ਸੁਨਾਏ। ਸਤਿਗੁਰੂ ਜੀ ਸੁਣਾ ਕੇ ਸਿੱਖ ਨੂੰ ਕਹਿਣ ਲੱਗੇ ਕਿ ਹਮੇਸ਼ਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਪਾਏ। ਸੁਭਾਏ ਮਾਨ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਦੂਜੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਔਰ ਇਸੇ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਕਿਰਪਾ ਦੇ ਨਾਲ ਸੁਖ ਪਾਵੇਂਗਾ। ਰਾਮਦਾਸ ਅਰਜਨ ਗੁਰੂ ਹਰਗੋਬਿੰਦ ਹਰਿ ਰਾਏ। ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ,
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਪ੍ਰਕਾਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਤੇ ਅਤ ਕੋਮਲਤਾ ਦੇ ਅਤ ਕੋਮਲ ਹਿਰਦੇ ਦੇ ਮਾਲਕ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਵੀ ਕਿਰਪਾ ਕਰਨਗੇ। ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੋਤ ਤੇਗ ਬਹਾਦਰ ਰਾਏ। ਇਸੇ ਪ੍ਰਕਾਰ ਸੁਭਾਏਮਾਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਮੇਤ ਗੁਰੂ ਤੇਗ ਬਹਾਦਰ ਰਾਏ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਰੂਪ ਹਨ ਔਰ ਰਾਏ ਸਭ ਨੂੰ ਪ੍ਰਕਾਸ਼ ਗਿਆਨ ਦਾ ਚਾਨਣਾ ਬਖਸ਼ਣ ਵਾਲੇ ਹਨ। ਇਸ ਕੋ ਸੁਤ ਦਸਮੋ ਗੁਰੂ ਪੰਥ ਖਾਲਸਾ ਕੀਨ। ਔਰ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੁੱਤ ਪੁੱਤਰ ਸਾਹਿਬਜ਼ਾਦਾ 10ਵਾਂ ਗੁਰੂ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਔਰ ਜਿਨ੍ਹਾਂ ਨੇ ਪੰਥ ਖਾਲਸਾ ਕੀਨ ਜਿਨ੍ਹਾਂ ਨੇ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਜਿਨ੍ਹਾਂ ਨੇ ਪ੍ਰਗਟ ਕੀਤੀ ਹੈ। ਅਪਰ ਭਵਿਖਿਅਤ ਬਾਰਤਾ ਪ੍ਰਭੂ ਬਤਾਏ ਸੋ ਦੀਨ। ਸਤਿਗੁਰੂ ਜੀ ਕਹਿੰਦੇ ਦਸੇ ਪਾਤਸ਼ਾਹੀਆਂ ਤੇਰੀ ਸਹਾਇਤਾ ਕਰਨਗੀਆਂ ਭਾਈ ਤੂੰ ਭਾਵਨਾ ਵਾਲਾ ਸਿੱਖ ਹੈ ਔਰ ਅਪਰ ਭਵਿਖਿਅਤ ਵਾਰਤਾ ਸੋ ਜਿਹੜੀ ਹੋਰ ਭਵਿੱਖ ਦੀ ਵਾਰਤਾ ਭਵਿੱਖ ਦੇ ਬਾਰੇ ਬਾਜਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖੇ ਹਨ। ਸੋ ਉਹਨਾਂ ਨੂੰ ਜੇ ਇਹ ਨਾ ਜਿਹੜੀ ਪਹਿਲਾਂ ਜਨਮ ਸਾਖੀ ਹੈ ਪਹਿਲਾਂ ਇਤਿਹਾਸ ਭਾਈ ਰਾਮ ਕੁਐਰ ਜੀ ਮਹਾਂਪੁਰਖਾਂ ਨੇ ਸੁਣਾਇਆ ਸੰਗਤਾਂ ਨੂੰ। ਸੋ ਭਾਈ ਰਾਮ ਕੁਐਰ ਜੀ ਜਿਹੜੇ ਹੋਏ ਆ ਨਾ ਗੁਰੂ ਪਿਆਰਿਓ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਗੁਰੂ ਪਿਆਰਿਓ ਬ੍ਰਹਮ ਗਿਆਨੀ ਸਿੱਖ ਹੋਏ ਆ ਭਾਈ ਰਾਮ ਕੁਐਰ ਜੀ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਤੋਂ ਬਾਅਦ ਸਤਿਗੁਰਾਂ ਨੇ ਭਾਈ ਗੁਰਬਖਸ਼ ਸਿੰਘ ਨਾਮ ਦਿੱਤਾ ਸੀ। ਸੋ ਇਹ ਭਾਈ ਰਾਮ ਕੁਐਰ ਜੀ ਜਾਂ ਭਾਈ ਗੁਰਬਖਸ਼ ਸਿੰਘ ਜੀ ਇਹ ਜਿਹੜੀ ਗੱਲਬਾਤ ਦੱਸ ਰਹੇ ਹੈ ਜਿਹੜਾ ਇਤਿਹਾਸ ਸੰਗਤਾਂ ਨੂੰ ਸੁਣਾ ਰਹੇ ਹੈ ਸੋ ਉਸੇ ਇਤਿਹਾਸ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਵੇਂ ਲਿਖ ਰਹੇ ਆ ਤੇ ਇੱਥੇ ਭਾਈ ਰਾਮ ਕੁਐਰ ਜੀ ਦੱਸ ਰਹੇ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਭਵਿੱਖ ਦੀ ਵਾਰਤਾ ਕੀਤੀ ਭਵਿੱਖ ਦੀ ਬਾਬਤ ਬਹੁਤ ਵਚਨ ਕੀਤੇ। ਸੋ ਜੋ ਜੋ ਵੀ ਸਤਿਗੁਰੂ ਜੀ ਨੇ ਦੱਸੇ ਦਇਆ ਸਿੰਘ ਤੇ ਆਦ ਸਿੱਖ ਦਿਲਬਰ ਕੇ ਸੋਦਾਸ। ਕਹਿੰਦੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਭਾਈ ਦਇਆ ਸਿੰਘ ਜੋ ਆਦ ਸਿੱਖ ਸੀ ਪੰਜਾਂ ਪਿਆਰਿਆਂ ਵਿੱਚੋਂ ਸਭ ਤੋਂ ਪਹਿਲਾ ਪਿਆਰਾ ਸੋ ਉਹਨਾਂ ਤੋਂ ਲੈ ਕੇ ਜਿੰਨੇ ਵੀ ਵੱਡੇ ਵੱਡੇ ਸਿੱਖ ਸਨ ਦਿਜਬਰ ਕੇਸੋ ਦਾਸ ਪੰਡਤ ਵਰਗੇ ਜਿਹੜੇ ਸਾਰੇ ਇਹ ਗੁਰਦਰਬਾਰ ਦੇ ਵਿੱਚ ਉਸ ਵੇਲੇ ਹਾਜ਼ਰ ਸਨ ਕਿਉਂਕਿ ਕੇਸੋ ਦਾਸ ਜਿਹੜਾ ਗੁਰਮੁਖ ਪਿਆਰੇ ਉਹ ਪੰਡਤ ਸੀ ਜਿਹਨੇ ਕਿਹਾ ਸੀ ਮਹਾਰਾਜ ਨੂੰ ਕਿ ਮਹਾਰਾਜ ਆਪਾਂ ਇੱਕ ਵੱਡਾ ਤਕੜਾ ਹਵਨ ਕਰਕੇ ਦੇਵੀ ਪ੍ਰਗਟ ਕਰਨੀ ਹੈ। ਤੇ ਜਦੋਂ ਕਈ ਦਿਨ ਉਡੀਕਦਿਆਂ ਹੋ ਗਏ ਮਹਾਰਾਜ ਨੂੰ ਪਤਾ ਸੀ ਵੀ ਇਹ ਪਖੰਡ ਕਰਦਾ ਉਹਨੂੰ ਉਹਦੀ ਮਨ ਭਾਉਂਦੀ ਸਮੱਗਰੀ ਵਗੈਰਾ ਸਭ ਕੁਝ ਦਿੰਦੇ ਰਹੇ ਪਰ ਜਿੱਦਣ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਦੇਵੀ ਪ੍ਰਗਟ ਕਿਉਂ ਨਹੀਂ ਹੋ ਰਹੀ ਕੇਸ਼ੋ ਰਾਮ ਕਹਿੰਦਾ ਜੀ ਮਹਾਰਾਜ ਇਹਨੇ ਖਹਿੜਾ ਛਡਾਉਣ ਵਾਸਤੇ ਬਹਾਨਾ ਬੜਾ ਇੱਕ ਤਕੜਾ ਘੜਿਆ ਕਿ ਕਿਸੇ ਪਵਿੱਤਰ ਲਹੂ ਦੀ ਬਲੀ ਦੀ ਲੋੜ ਪੈਣੀ ਹੈ ਫਿਰ ਦੇਵੀ ਪ੍ਰਗਟ ਹੋਵੇਗੀ। ਤੇ ਇਹਦਾ ਭਾਵ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਪੁੱਛਣ ਵੀ ਉਹ ਪਵਿੱਤਰ ਲਹੂ ਕਿਹਦਾ ਤੇ ਮੈਂ ਕਹਿ ਦੇਵਾਂ ਕਿ ਸਤਿਗੁਰੂ ਜੀ ਆਪ ਜੀ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਬਲੀ ਦੇ ਦਿਓ ਫਿਰ ਦੇਵੀ ਪ੍ਰਗਟ ਹੋਵੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁੱਤਰ ਦੀ ਬਲੀ ਦੇਣ ਵਾਸਤੇ ਮੰਨਣਾ ਨਹੀਂ ਤੇ ਮੈਂ ਸਾਫ਼ ਬਚ ਜਾਵਾਂਗਾ ਪਰ ਹੋਇਆ ਇਹ ਤੋਂ ਉਲਟ। ਜਿਸ ਵੇਲੇ ਇਹਨੇ ਕਿਹਾ ਨਾ ਕੇਸ਼ੋ ਦਾਸ ਨੇ ਕਹਿੰਦਾ ਮਹਾਰਾਜ ਵੀ ਇੱਕ ਪਵਿੱਤਰ ਮਹਾਂਪੁਰਖ ਦੇ ਖੂਨ ਦੀ ਬਲੀ ਮਿਲ ਜੇ ਤਾਂ ਦੇਵੀ ਪ੍ਰਗਟ ਹੋ ਸਕਦੀ ਹੈ ਤਾਂ ਗੁਰੂ ਸਾਹਿਬ ਨੇ ਉਸ ਵੇਲੇ ਬਚਨ ਕਰ ਦਿੱਤਾ ਕਹਿੰਦੇ ਕੇਸ਼ੋ ਦਾਸ ਜੀ ਤੁਸੀਂ ਬ੍ਰਾਹਮਣ ਹੋ ਵੇਦਾਂ ਦੇ ਗਿਆਤਾ ਹੋ ਤੁਹਾਡੇ ਤੋਂ ਪਵਿੱਤਰ ਮਹਾਂਪੁਰਖ ਕੌਣ ਹੋ ਸਕਦਾ ਹੈ ਤੇ ਆਓ ਆਪਾਂ ਤੁਹਾਡੀ ਬਲੀ ਦੇ ਦਿੰਦੇ ਹਾਂ ਆਪਾਂ ਦੇਵੀ ਪ੍ਰਗਟ ਕਰਨੀ ਹੈ। ਤੇ ਉਸ ਵੇਲੇ ਗੁਰਮੁਖ ਪਿਆਰਿਓ ਇਹ ਭੱਜ ਗਿਆ ਸੀ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕਦਮ ਉਹ ਸਾਰੀ ਸਮੱਗਰੀ ਹਵਨ ਕੁੰਡ ਦੇ ਵਿੱਚ ਸੁੱਟੀ ਅੱਗ ਦੀਆਂ ਵੱਡੀਆਂ ਲਾਟਾਂ ਉੱਠੀਆਂ ਤੇ ਦੂਰ ਤੱਕ ਪਹਾੜੀਆਂ ਦੇ ਵਿੱਚ ਰੌਸ਼ਨੀ ਜਦੋਂ ਫੈਲੀ ਨਾ ਤੇ ਪਹਾੜੀ ਰਾਜਿਆਂ ਨੂੰ ਸਾਰਿਆਂ ਨੂੰ ਲੱਗਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਦੇਵੀ ਪ੍ਰਗਟ ਕਰ ਲਈ ਹੈ ਇਹ ਉਹਦਾ ਪ੍ਰਕਾਸ਼ ਹੈ ਇੰਨਾ। ਤੇ ਸਤਿਗੁਰੂ ਜੀ ਫਿਰ ਹੇਠਾਂ ਜਦੋਂ ਆਏ
ਤੇ ਆ ਕੇ ਸ੍ਰੀ ਸਾਹਿਬ ਨੰਗੀ ਸਤਿਗੁਰ ਦੇ ਹੱਥ ਵਿੱਚ ਹੈ ਤੇ ਉਹਨਾਂ ਸਾਰਿਆਂ ਨੂੰ ਕਹਿਣ ਲੱਗੇ, ਕਹਿੰਦੇ ਅਸਲ ਦੇਵੀ ਤਾਂ ਆ ਹੈ ਜਿਹੜੀ ਮੈਦਾਨੇ ਜੰਗ ਦੇ ਵਿੱਚ ਸਾਡੀ ਰੱਖਿਆ ਕਰਦੀ ਹੈ। ਇਹ ਭਗਉਤੀ ਦੇਵੀ ਹੈ, ਕਿਰਪਾਨ ਦੇਵੀ ਹੈ, ਇਹਨੂੰ ਦੁਰਗਾ ਆਖਿਆ। ਸੋ ਇਹ ਕੇਸ਼ੋ ਦਾਸ ਜਿਹੜਾ ਗੁਰਮੁਖ ਪਿਆਰਿਓ ਇਹ ਭੱਜ ਗਿਆ ਸੀ, ਪਰ ਫਿਰ ਗੁਰੂ ਦਰਬਾਰ ਦੇ ਵਿੱਚ ਆ ਗਿਆ ਸੀ। ਕਹਿੰਦਾ ਮਹਾਰਾਜ ਮੈਨੂੰ ਕੋਈ ਦਾਨ ਦਕਸ਼ਣਾ ਦਿਓ। ਬੜਾ ਇਹ ਗੁੱਸੇ ਜਿਹੇ ਹੋ ਗਿਆ ਸੀ ਮਹਾਰਾਜ ਦੇ ਨਾਲ, ਜਦੋਂ ਗੁਰੂ ਸਾਹਿਬ ਨੇ ਇਹਨਾਂ ਸਿੱਖਾਂ ਨੂੰ ਹੀ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਹੁਣ ਅੱਜ ਤੋਂ ਬਾਅਦ ਦਾਨ ਪੁੰਨ ਦਿਆ ਕਰਨਾ, ਪੰਡਤਾਂ ਬਾਹਮਣਾਂ ਨੂੰ ਦਾਨ ਪੁੰਨ ਨਹੀਂ ਕਿਸੇ ਨੇ ਦੇਣਾ। ਤੇ ਇਹ ਚਟਪਟਾਏ ਚਿੱਤਮੈ, ਸੋ ਮਨ ਦੇ ਵਿੱਚ ਬੜਾ ਖਾਰ ਜੀ ਖਾ ਕੇ ਨਾ, ਬੜਾ ਗੁੱਸਾ ਜਿਹਾ ਖਾ ਕੇ ਮਹਾਰਾਜ ਕੋਲੋਂ ਚਲਿਆ ਗਿਆ ਸੀ। ਪਰ ਫਿਰ ਵਾਪਸ ਆ ਗਿਆ ਸੀ ਕਿ ਮਹਾਰਾਜ ਚਲੋ ਜੋ ਦਿੰਦੇ ਆ ਉਹੀ ਦੇ ਦੇਣ। ਫਿਰ ਮਹਾਰਾਜ ਨੇ ਕਿਹਾ ਸੀ ਬਾਗੈ ਨਿਹਾਲੀ ਦੇਹੋ ਪਠੈ, ਕਿ ਮੈਂ ਤੈਨੂੰ ਜੇ ਕੋਈ ਬਿਸਤਰਾ ਚਾਹੀਦਾ, ਰਜਾਈ ਤਲਾਈ ਚਾਹੀਦੀ ਹੈ, ਕੋਈ ਖਾਣ ਪੀਣ ਨੂੰ ਚਾਹੀਦਾ, ਦਿਜ ਜੀ ਮਿਸ਼ਰ ਜੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਤੁਸੀਂ ਗੁੱਸਾ ਨਾ ਕਰੋ। ਪਰ ਅਸੀਂ ਖਾਲਸੇ ਨੂੰ ਸਭ ਕੁਝ ਬਖਸ਼ ਦਿੱਤਾ ਹੈ। ਹੁਣ ਅੱਜ ਤੋਂ ਬਾਅਦ ਪੂਜਾ ਵੀ ਖਾਲਸੇ ਦੀ ਹੋਏਗੀ ਤੇ ਦਾਨ ਵੀ ਇਹਨਾਂ ਨੂੰ ਦਿੱਤਾ ਜਾਏਗਾ, ਕਿਉਂਕਿ ਸਤਿਗੁਰ ਨੇ ਖਾਲਸੇ ਨੂੰ ਨਾ ਗੁਰਮੁਖ ਪਿਆਰਿਓ ਬਹੁਤ ਵੱਡਾ ਮਾਣ ਬਖਸ਼ਿਆ। ਜਿਹੜਾ ਖਾਲਸਾ ਮਹਿਮਾ ਨਾਮ ਦੀ ਬਾਣੀ ਆਉਂਦੀ ਹੈ 10ਵੇਂ ਗ੍ਰੰਥ ਦੇ ਵਿੱਚ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉੱਥੇ ਵਾਚਨ ਕੀਤੇ ਆ। ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਕਹਿੰਦੇ ਇਹਨਾਂ ਸਿੱਖਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ ਹੈ, ਹੋਰ ਕਿਸੇ ਦੀ ਸੇਵਾ ਨਹੀਂ ਚੰਗੀ ਲੱਗਦੀ। ਦਾਨ ਦਇਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਹੋਰ ਕਿਸੇ ਨੂੰ ਦਾਨ ਦੇਵਾਂਗੇ ਕਹਿੰਦੇ ਉਹ ਦਾਨ ਚੰਗਾ ਨਹੀਂ, ਉਹ ਫਲੀਭੂਤ ਨਹੀਂ ਹੁੰਦਾ। ਜੋ ਇਹਨਾਂ ਗੁਰਸਿੱਖਾਂ ਨੂੰ ਦਾਨ ਦਈਏ, ਗੁਰਸਿੱਖਾਂ ਦੀ ਮਦਦ ਕਰੀਏ, ਕਹਿੰਦੇ ਉਹ ਫਲੀਭੂਤ ਹੁੰਦਾ ਹੈ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆਗੈ ਫਲੈ ਇਨਹੀ ਕੋ ਦਇਓ। ਫਲੀਭੂਤ ਹੁੰਦਾ ਜਿਹੜਾ ਇਹਨਾਂ ਗੁਰਸਿੱਖਾਂ ਨੂੰ ਦਿੱਤਾ। ਜਗ ਮੈਂ ਜਸ ਔਰ ਦਇਓ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀ ਕੋ। ਕਹਿੰਦੇ ਮੇਰੇ ਘਰ ਵਿੱਚ ਜੋ ਹੈ ਤਨ ਮਨ ਧਨ ਤੋਂ ਲੈ ਕੇ ਮੇਰੇ ਸਿਰ ਤੱਕ ਹਰ ਇੱਕ ਵਸਤੂ ਇਹ ਖਾਲਸੇ ਤੋਂ ਮੈਂ ਕੁਰਬਾਨ ਕਰਦਾ। ਦੇਖੋ ਕਿੱਡਾ ਵੱਡਾ ਮਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰਕੇ ਗਏ ਹੈ। ਸਤਿਗੁਰੂ ਤਾਂ ਕਹਿੰਦੇ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ। ਕਹਿੰਦੇ ਮੈਂ ਤਾਂ ਯੁੱਧ ਜੰਗਾਂ ਵੀ ਜਿਹੜੀਆਂ ਜਿੱਤੀਆਂ ਨਾ ਇਹ ਆਪਣੇ ਖਾਲਸੇ ਦੀ ਕਿਰਪਾ ਦੇ ਨਾਲ ਹੀ ਜਿੱਤੀਆਂ। ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਆਉਗ ਟਰੈ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਇਨਹੀ ਕੀ ਕਿਰਪਾ ਸਭ ਸਤਰ ਮਰੇ, ਇਨਹੀ ਕੇ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਹੀ, ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਮੈਦਾਨੇ ਜੰਗ ਦੇ ਵਿੱਚ ਤੇਗਾਂ ਵਾਹੀਆਂ, ਮੈਂ ਮੈਦਾਨੇ ਜੰਗ ਵਿੱਚ ਜੰਗ ਫਤਿਹ ਕੀਤੀ ਆ। ਬਹੁਤ ਬਖਸ਼ਿਸ਼ਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਦਿਆਂ ਹੋਇਆਂ ਅੰਤ ਕਹਿ ਦਿੱਤਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਭਰੇ। ਮੇਰੇ ਵਰਗੇ ਤਾਂ ਕਰੋੜਾਂ ਗਰੀਬ ਸੀ, ਆ ਖਾਲਸੇ ਨੇ ਕਿਰਪਾ ਕਰ ਦਿੱਤੀ, ਇਹਨਾਂ ਨੇ ਮੈਨੂੰ ਸਾਜਿਆ, ਇਹਨਾਂ ਨੇ ਨਵਾਜਿਆ। ਸੋ ਐਸੇ ਖਾਲਸੇ ਨੂੰ ਸਤਿਗੁਰ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ। ਪਰ ਇਹ ਜਿਹੜਾ ਦਿਜਬਰ ਸੀ, ਬ੍ਰਾਹਮਣ ਸੀ ਕੇਸ਼ੋ ਦਾਸ, ਇਹ ਵੀ ਸਤਿਗੁਰ ਦੇ ਦਰਬਾਰ ਵਿੱਚ ਉਸ ਵੇਲੇ ਕਹਿੰਦੇ ਭਾਈ ਦਇਆ ਸਿੰਘ ਤੇ ਇਤਿਆਦਿਕ ਸਾਰੇ ਸਿੱਖਾਂ ਸਮੇਤ ਕੇਸ਼ੋ ਦਾਸ ਵੀ ਹਾਜ਼ਰ ਸੀ। ਧਰੇ ਪੰਥ ਮੈਂ ਜਨਮ ਪੁੰਨ ਕਰ ਹੈ ਰਾਜ ਪ੍ਰਕਾਸ਼। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਦਇਆ ਸਿੰਘ ਤੇ ਹੋਰ ਜਿੰਨੇ ਸਿੰਘ ਹੈ ਸਾਰੇ ਸਮੇਤ ਇਹ ਕੇਸ਼ੋ ਦਾਸ, ਇਹ ਸਾਰੇ ਸੰਸਾਰ ਦੇ ਵਿੱਚ ਦੁਬਾਰਾ ਜਨਮ ਧਾਰਨ ਕਰਨਗੇ ਤੇ ਫਿਰ ਪੰਥ ਦਾ ਪ੍ਰਕਾਸ਼ ਹੋਵੇਗਾ, ਖਾਲਸੇ ਦਾ ਸਿੱਖਾਂ ਦਾ ਰਾਜ ਹੋਵੇਗਾ। ਸੋ ਆਪਣੇ ਵੱਲੋਂ ਤਾਂ ਸਾਖੀ ਕਰਤਾ ਨੇ ਬੜੀ ਸਿਆਣਪ ਦੇ ਨਾਲ ਇਹ ਗੱਲ ਘੜੀ ਹੈ, ਇਹ ਰਲਾ ਪੈਦਾ ਕੀਤਾ ਹੈ। ਪਰ ਕਈ ਗੱਲਾਂ ਜਿਹੜੀਆਂ ਉਹ ਗੁਰਮਤਿ ਅਨੁਕੂਲ ਨਹੀਂ। ਚਲੋ ਸਿੱਖਾਂ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਵੀ ਵਰ ਦੇ ਦਿੱਤਾ ਸੀ ਵੀ ਆਹ ਮੇਰਾ 5000 ਹੀ ਹੈ, ਇਹ 10,000 ਹੀ ਆ, 20,000 ਹੀ ਹੈ। ਭਾਈ ਮਹਾ ਸਿੰਘ ਔਰ 40 ਮੁਕਤੇ ਜਿਹੜੇ ਸੀ ਉੱਥੇ, ਤੇ ਮਹਾਰਾਜ ਨੇ ਉਹਨਾਂ ਨੂੰ ਇਹ ਬਖਸ਼ ਦਿੱਤਾ ਸੀ ਵੀ ਇਹ ਰਾਜ ਕਰਨਗੇ, ਇਹਨਾਂ ਦੀ 40,000 ਪਰਜਾ ਹੋਵੇਗੀ, ਇਹਨਾਂ ਦੀ 50,000 ਪਰਜਾ ਹੋਵੇਗੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਸੀ, ਮੰਨਿਆ ਜਾ ਸਕਦਾ ਹੈ। ਪਰ ਕੇਸ਼ੋ ਦਾਸ ਵਰਗਾ ਜਿਹੜਾ ਪੰਡਤ ਸੀ ਤੇ ਮਨਮਤ ਵਾਲੇ ਪਾਸੇ ਲਾਉਣ ਦਾ ਸੀ, ਉਹਦਾ ਜਨਮ ਦੁਬਾਰਾ ਗੁਰੂ ਘਰ ਵਿੱਚ ਹੋਵੇ ਤੇ ਉਹ ਸਿੱਖ ਬਣ ਕੇ ਤੇ ਮਹਾਰਾਜ ਨੂੰ ਬਚਨ ਕਰਨ ਵੀ ਇਹ ਰਾਜ ਕਰੂਗਾ। ਸੋ ਇਹ ਗੱਲਾਂ ਮੰਨਣ ਵਿੱਚ ਨਹੀਂ ਆਉਂਦੀਆਂ। ਪਰ ਖੈਰ ਉਹਨੇ ਜਿਵੇਂ ਜਨਮ ਸਾਖੀ ਵਾਲੇ ਨੇ ਲਿਖਿਆ
ਕਵੀ ਜੀ ਨੇ ਉਸੇ ਪ੍ਰਕਾਰ ਕਰ ਦਿੱਤਾ ਤੇ ਆਪਾਂ ਅਰਥ ਕੀਤੇ ਹਨ ਕਿ ਇਹ ਭਾਈ ਦਇਆ ਸਿੰਘ ਤੇ ਕੇਸੋ ਦਾਸ ਬ੍ਰਾਹਮਣ ਵਰਗੇ ਇਹ ਦੁਬਾਰਾ ਜਨਮ ਲੈਣਗੇ ਤੇ ਇਹ ਰਾਜ ਪ੍ਰਕਾਸ਼ ਕਰਨਗੇ, ਰਾਜ ਦਾ ਫੈਲਾਅ ਕਰਨਗੇ। ਕਿਉ ਪਾਈ ਜੇ ਜੇ ਗੁਰ ਢਿਗ ਘਾਲੇ ਘਾਲਾ। ਕਹਿੰਦੇ ਜਿਹੜੇ ਜਿਹੜੇ ਵੀ ਗੁਰੂ ਦੇ ਨੇੜੇ ਰਹਿ ਕੇ ਘਾਲਣਗੇ, ਕਮਾਈ ਕਰਨਗੇ, ਨਾਮ ਸਿਮਰਨ ਕਰਨਗੇ। ਇਹ ਸਭ ਜਨਮ ਧਰੇ ਤਿਸ ਕਾਲਾ। ਕਹਿੰਦੇ ਉਹ ਸਮਾਂ ਆਊਗਾ, ਉਸ ਸਮੇਂ ਇਹ ਸਾਰੇ ਦੁਬਾਰਾ ਜਨਮ ਧਾਰਨ ਕਰਨਗੇ। ਤਬ ਭਗਤ 18। ਉਸ ਵੇਲੇ ਕਹਿੰਦੇ 18 ਭਗਤ ਇਹਨਾਂ ਦੀ ਵੀ ਪ੍ਰਗਟਤਾਈ ਹੋਵੇਗੀ, ਇਹ ਵੀ ਦੁਬਾਰਾ ਅਵਤਾਰ ਲੈਣਗੇ। ਸੀਨੇ ਰਾਜ ਸਭਨ ਤੇ ਸਾਰਾ। ਕਹਿੰਦੇ ਫਿਰ ਸਾਰਿਆਂ ਕੋਲੋਂ ਇਹ ਰਾਜ ਖੋਹ ਲੈਣਗੇ, ਜਿਹੜੇ ਛੋਟੇ ਮੋਟੇ ਰਾਜੇ ਹੋਣਗੇ ਨਾ ਉਹਨਾਂ ਸਾਰਿਆਂ ਤੋਂ ਰਾਜ ਭਾਗ ਖੋਹ ਲੈਣਗੇ। ਆਏ ਮੋਨ ਕੇ ਦਿਨ ਵਧੈ। ਤੇ ਕਹਿੰਦੇ ਫਿਰ ਮੋਨ ਫਰੰਗੀ ਆ ਜਾਣਗੇ ਇਹ ਦੁਨੀਆ ਦੇ ਵਿੱਚ, ਇਹ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਫਰੰਗੀਆਂ ਦਾ ਰਾਜ ਹੋ ਜਾਵੇਗਾ ਤੇ ਕੇਤਕ ਦਿਨ ਵਧੈ ਤੇ ਉਹ ਕਾਫੀ ਸਮਾਂ ਉਹਨਾਂ ਦਾ ਰਾਜ ਇਸੇ ਪ੍ਰਕਾਰ ਵੱਧਦਾ ਜਾਵੇਗਾ। ਪੂਰਬ ਦੇਸ਼ ਅਦਿਕ ਹੀ ਸਦੈ। ਪੂਰਬ ਦੇਸ਼ ਦੇ ਵਿੱਚ ਆਉਣਗੇ, ਜਿਵੇਂ ਪੂਰਬ ਦੇ ਵਿੱਚ ਕਲਕੱਤਾ ਪੈਂਦਾ ਤੇ ਕਲਕੱਤੇ ਵਿੱਚ ਹੀ ਆਏ ਸੀ ਨਾ ਇਹ ਈਸਟ ਇੰਡੀਆ ਕੰਪਨੀ ਲੈ ਕੇ। ਸੋ ਕਹਿੰਦੇ ਇਹ ਇਸ ਪ੍ਰਕਾਰ ਕਹਿੰਦੇ ਪੂਰਬ ਦੇਸ਼ ਦੇ ਵਿੱਚ ਆਉਣਗੇ ਤੇ ਅਦਕ ਹੀ ਸਦੇ ਬਹੁਤ ਹੀ ਫੈਲਾਰਾ ਫੈਲਾ ਲੈਣਗੇ ਆਪਣੇ ਰਾਜ ਦਾ। ਸਿੰਘਨ ਪਰ ਛਾਵੇਂ। ਤੇ ਕਹਿੰਦੇ ਥੋੜਾ ਜਿਹਾ ਇਹਨਾਂ ਦਾ ਤੇਜ ਪ੍ਰਤਾਪ ਜਿਹੜਾ ਸਿੰਘਾਂ ਦੇ ਉੱਤੇ ਵੀ ਛਾ ਜਾਊਗਾ, ਸਿੰਘਾਂ ਨੂੰ ਵੀ ਆਪਣੇ ਸਿੱਖਾਂ ਨੂੰ ਵੀ ਅਧੀਨ ਕਰ ਲੈਣਗੇ। ਅਰੇ ਪੰਥ ਸੋ ਪੁਨ ਘਟ ਜਾਵੇਂ। ਪਰ ਕਿਉਂਕਿ ਇਹ ਪੰਥ ਨਾਲ ਅੜਨਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਗੁਰਮਤਿ ਦਾ ਜਿਹੜਾ ਆਪਾਂ ਕਹਿੰਦੇ ਆ ਸਾਰੀ ਵੀ ਅੜੇ ਸੋ ਝੜੇ ਸਰਨ ਪਰੇ ਸੋ ਤਰੇ। ਕਹਿੰਦੇ ਇਹ ਪੰਥ ਦੇ ਨਾਲ ਅੜਨਗੇ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਰਹਿ 500 ਪੁਨ ਘਟ ਜਾਵੇ। ਫਿਰ ਜਦੋਂ ਇਹ ਪੰਥ ਨਾਲ ਅੜਨਗੇ ਨਾ ਤੇ ਇਹਨਾਂ ਦਾ ਤੇਜ ਪ੍ਰਤਾਪ ਫਰੰਗੀਆਂ ਦਾ ਘਟ ਜਾਵੇਗਾ। ਤੇ ਕਹਿੰਦੇ ਪਹਾੜਾਂ ਦੇ ਵਿੱਚ ਜਾ ਕੇ ਵੈਰੀ ਲੁਕ ਜਾਣਗੇ, ਜਾਂ ਇਹ ਕਹਿ ਲੋ ਵੀ ਸਿੰਘ ਪਹਾੜਾਂ ਵਿੱਚ ਚਲੇ ਜਾਣਗੇ। ਖਾਲਸਾ ਦਰਬ ਦਬਾਏ। ਤੇ ਖਾਲਸਾ ਬਹੁਤ ਸਾਰਾ ਧਨ ਮਾਲ ਉੱਥੇ ਇਕੱਤਰ ਕਰ ਲਵੇਗਾ। ਜੇ ਅਬ ਹਮਰੇ ਸਤਰ ਪਵਾਰੀ। ਕਹਿੰਦੇ ਜਿਹੜੇ ਹੁਣ ਸਾਡੇ ਸ਼ਤਰੂ ਬਣੇ ਹੋਏ ਆ ਨਾ, ਵੈਰੀ ਬਣੇ ਹੋਏ ਆ ਪਹਾੜੀ ਰਾਜੇ, ਸੈਲਣ ਤੇ ਜਲ ਦੇਹ ਉਖਾਰੀ। ਕਹਿੰਦੇ ਸੈਲਣ ਤੇ ਪੱਥਰਾਂ ਤੇ ਪਹਾੜਾਂ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਇਹਨਾਂ ਦੀ ਜੜ ਉਖਾੜ ਦੇਵੇਗਾ। ਕਾਂਗੜੇਸ਼ ਭੂਪਤ ਕੋ ਆਨੰਦ। ਕਾਂਗੜ ਏਸ਼ ਜਿਹੜਾ ਕਾਂਗੜ ਦਾ ਰਾਜਾ ਹੈ, ਉਸ ਰਾਜੇ ਦਾ ਜਿਹੜਾ ਪੁੱਤਰ ਕਾਸਨ ਸਿੰਘ ਬਿਲੰਦ। ਤੇ ਕਹਿੰਦੇ ਜਿਹੜਾ ਵੱਡਾ ਰਾਜਾ ਕਹਾਉਂਦਾ ਹੋਵੇਗਾ ਬਿਲੰਦ, ਉਹਨੂੰ ਸਿੰਘ ਨਿਕਾਸਨ ਕਰ ਦੇਣਗੇ, ਉੱਥੋਂ ਕੱਢ ਦੇਣਗੇ। ਸੋ ਗੰਗਾ ਵਿੱਚ ਤਿਆਗੇ ਪ੍ਰਾਨ। ਸਤਿਗੁਰੂ ਜੀ ਕਹਿੰਦੇ ਉਹ ਫਿਰ ਗੰਗਾ ਵਿੱਚ ਜਾ ਕੇ ਆਪਣੇ ਪ੍ਰਾਣ ਤਿਆਗ ਦੇਵੇਗਾ, ਉੱਥੇ ਉਹਦੀ ਮੌਤ ਹੋਵੇਗੀ। ਸੇਵਕੋ ਸੇਵਕ ਦਾਨ ਮਹਾਨ। ਉਹ ਸ਼ਿਵ ਜੀ ਦਾ ਸੇਵਕ ਹੋਵੇਗਾ ਤੇ ਮਹਾਨ ਦਾਨ ਕਰਤਾ ਹੋਵੇਗਾ। ਸਿੰਘਨ ਮੈਂ ਸੋ ਜਨਮੈ ਹੈ। ਫਿਰ ਕਹਿੰਦੇ ਉਹ ਦੁਬਾਰਾ ਸਿੰਘਾਂ ਦੇ ਵਿੱਚ ਜਨਮ ਲਵੇਗਾ। ਕਾਂਸੀ ਰਾਜ ਕਰੈ ਵਿਦਤੈ ਹੈ। ਕਾਂਸ਼ੀ ਦੇ ਵਿੱਚ ਕਹਿੰਦੇ ਉਹਦਾ ਰਾਜ ਹੋਵੇਗਾ ਤੇ ਵਿਦਤਾ ਹੈ ਸਾਰੇ ਪਾਸੇ ਪ੍ਰਗਟ ਹੋ ਜਾਵੇਗਾ। ਕਹੇ ਕਬ ਸਰੋਤਾ ਸੁਨੋ ਅਸੇਖਾ। ਕਵੀ ਜੀ ਕਹਿੰਦੇ ਹੇ ਸਰੋਤਾ ਜਨੋ ਅਸੇਖਾ ਸਾਰੇ ਸੁਣੋ। ਮਰਿਓ ਗੰਗ ਪਰ ਹਮੋ ਪਰੇਖਾ। ਇੱਥੇ ਭਾਈ ਸਾਹਿਬ ਆਪਣਾ ਵਿੱਚ ਵਰਜਨ ਦੇ ਰਹੇ ਆ, ਤਾਈਦ ਕਰ ਰਹੇ ਆ ਉਹ ਗੱਲ ਦੀ ਕਿ ਜਿਵੇਂ ਸਤਿਗੁਰੂ ਨੇ ਭਵਿੱਖਤ ਬਚਨ ਕੀਤੇ ਆ। ਕਹਿੰਦੇ ਭਾਈ ਮੈਂ ਵੀ ਕਹਿੰਦੇ ਉਹ ਆਪਣੀ ਅੱਖੀਂ ਦੇਖਿਆ ਕਿ ਉਹ ਗੰਗਾ ਦੇ ਵਿੱਚ ਮਰਿਆ ਸੀ। ਫਿਰ ਨਾਮ ਤਾਹੇ ਅਨਰੁੱਧ ਸਸੀ ਤਬ ਤਿਆਗੀ ਤਿਨ ਦੇਹੀ। ਹਾਂ ਕਹਿੰਦੇ ਉਹਦਾ ਰਾਜੇ ਦਾ ਨਾਂ, ਕਾਂਗੜ ਦੇ ਰਾਜੇ ਦੇ ਪੁੱਤਰ ਦਾ ਨਾਂ ਅਨਰੁੱਧ ਸਸੀ। ਸਸੀ ਨਾਮ ਹੈ ਚੰਦਰਮਾ ਦਾ, ਚੰਦ। ਕਹਿੰਦੇ ਉਹਦਾ ਨਾਂ ਅਨਰੁੱਧ ਚੰਦ ਸੀ ਤੇ ਉਹਨੇ ਹੁਣ ਦੇਹ ਤਿਆਗ ਦਿੱਤੀ ਹੈ, ਸਰੀਰ ਛੱਡ ਗਿਆ ਹੈ। ਕਵੀ ਜੀ ਕਹਿੰਦੇ ਮੈਨੂੰ ਲੱਗਦਾ ਹੈ ਵੀ ਉਹ ਭਵਿੱਖਤ ਦੇ ਵਿੱਚ ਤੇ ਇਹਨਾਂ ਬਚਨਾਂ ਦੇ ਮੁਤਾਬਕ ਕਾਂਸ਼ੀ ਦੇ ਵਿੱਚ ਜਨਮ ਲਵੇਗਾ ਔਰ ਕਾਸ਼ੀ ਜੈ ਕਰ ਲੇਹੇ, ਸਾਰੀ ਕਾਸ਼ੀ ਨੂੰ ਜਿੱਤ ਲਵੇਗਾ, ਵਿਜয়ੀ ਬਣੇਗਾ। ਰਾਜ ਕਰੇਗਾ ਖਾਲਸਾ ਰਹੇ ਆਵਾਸ ਨਾ ਕੋਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਮੇਰਾ ਖਾਲਸਾ
ਰਾਜ ਕਰੇਗਾ, ਖਾਲਸੇ ਦਾ ਰਾਜ ਹੋ ਜਾਵੇਗਾ। ਰਹਿ ਮਵਾਸ ਨਾ ਕੋਈ, ਮਵਾਸ ਨਾਮ ਹੈ ਆਕੀ ਦਾ। ਕਹਿੰਦੇ ਕੋਈ ਇਹ ਤੋਂ ਆਕੀ ਨਹੀਂ ਰਹੇਗਾ, ਕੋਈ ਇਹਦੇ ਸਾਹਮਣੇ ਆਕੜ ਵਾਲਾ ਨਹੀਂ ਰਹੇਗਾ। ਕਰੇ ਨੌਕਰੀ ਮੋਹੀ ਜੋ ਜੀਵਾ ਪਾਵੈ ਸੋਈ। ਸਤਿਗੁਰੂ ਜੀ ਕਹਿੰਦੇ ਜਿਹੜਾ ਮੇਰੇ ਕੋਲ ਨੌਕਰੀ ਕਰੇਗਾ, ਭਾਵ ਮੇਰੇ ਖਾਲਸੇ ਦੇ ਦਰਬਾਰ ਵਿੱਚ ਰਾਜ ਵਿੱਚ ਨੌਕਰੀ ਕਰੇਗਾ, ਉਹ ਜੀਵਾ ਪਾਵੈ ਸੋਏ, ਉਹਨੂੰ ਉਹਦੀ ਤਨਖਾਹ, ਉਹਦਾ ਭੱਤਾ, ਉਹਦਾ ਮਿਹਨਤਾਨਾ ਮਿਲੇਗਾ। ਚੌਪਾਈ ਤੁਰਕ ਡੋਗਰੇ ਗਿਲਜੇ ਪਿੰਡਰਿੰਦ। ਹਾਂ ਕਹਿੰਦੇ ਜਿਹੜੇ ਤੁਰਕ ਹੈ, ਆਮ ਤੌਰ ਤੇ ਮੁਸਲਮਾਨਾਂ ਨੂੰ ਇਹ ਸਿੱਖ ਮਤ ਦੇ ਵਿੱਚ ਤੁਰਕ ਕਿਹਾ ਜਾਂਦਾ, ਤੁਰਕੜੇ। ਕਹਿੰਦੇ ਤੁਰਕ ਵੀ ਆਉਣਗੇ। ਅਸਲ ਦੇ ਵਿੱਚ ਤੁਰਕ ਜਿਹੜੇ ਹੈਗੇ ਆ ਉਹ ਤੁਰਕਸਤਾਨ ਤੋਂ ਆਏ ਹੋਏ ਜਿਹੜੇ ਲੋਕ ਸਨ। ਸੋ ਉਹ ਤੁਰਕਸਤਾਨ ਵਾਲੇ ਲੋਕਾਂ ਨੂੰ ਤੁਰਕ ਕਿਹਾ ਜਾਂਦਾ, ਮੁਸਲਮਾਨ ਲੋਕਾਂ ਨੂੰ। ਤੇ ਡੋਗਰੇ ਜਿਹੜੇ ਡੂੰਗਰ ਦੇ ਵਿੱਚ, ਪਹਾੜਾਂ ਦੇ ਵਿੱਚ ਰਹਿੰਦੇ ਸੀ, ਡੂੰਘੀਆਂ ਜਗ੍ਹਾ ਦੇ ਉੱਤੇ ਜਾਂ ਘਾਟੀਆਂ ਦੇ ਵਿੱਚ ਜਾਂ ਪਹਾੜੀਆਂ ਦੇ ਉੱਤੇ, ਉਹ ਡੋਗਰੇ ਜਿਵੇਂ ਜੰਮੂ ਕਸ਼ਮੀਰ ਵਾਲੇ ਸਨ। ਸੋ ਇਸੇ ਪ੍ਰਕਾਰ ਗਿਲਜੇ, ਜਿਹੜੇ ਗਿਲਜੇ ਹੈ ਇਹ ਪਠਾਨ ਸਨ, ਜਿਹੜੇ ਪਸ਼ਤੋ ਬੋਲੀ ਹੈ ਜਿਨ੍ਹਾਂ ਦੀ। ਸੋ ਜਿਹੜੇ ਵੱਡੇ ਵੱਡੇ ਸਰੀਰਾਂ ਵਾਲੇ ਤਕੜੇ ਨੌਜਵਾਨ ਹੁੰਦੇ ਸਨ, ਤੇ ਇਕੱਲਾ ਇਕੱਲਾ ਜਿਹੜਾ ਪਠਾਨ ਹੈ ਉਹ ਸਾਬਤਾ ਸਬੂਤਾ ਬੱਕਰਾ ਇਹ ਇਕੱਲਾ ਇਕੱਲਾ ਬੰਦਾ ਖਾ ਜਾਂਦਾ ਸੀ। ਅੱਡੇ ਮਾਸਾਹਾਰੀ ਇਹ ਹੈਗੇ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਰਕੜੇ, ਡੋਗਰੇ, ਗਿਲਜੇ ਇਤਿਆਦਿਕ ਇਹ ਸਾਰੇ ਸਭ ਚੱਕਰ ਹੋਏ ਪੰਥ ਬਿਲੰਦ। ਹਾਂ ਕਹਿੰਦੇ ਪੰਥ ਬੜਾ ਬੁਲੰਦ ਹੋਊਗਾ, ਬੜੀ ਬੁਲੰਦੀਆਂ ਤੇ ਜਾਊਗਾ, ਪੰਥ ਬੜਾ ਵਿਸ਼ਾਲ ਹੋ ਜਾਊਗਾ। ਤੇ ਇਦਾਂ ਦੇ ਸਾਰੇ ਜਿਹੜੇ ਪਹਿਲਾਂ ਗਿਣੇ ਆ, ਕਹਿੰਦੇ ਇਹ ਪੰਥ ਦੇ ਨੌਕਰ ਹੋ ਜਾਣਗੇ। ਜੰਬਕ ਨਗਰ ਹੁਕਮ ਹੋਏ ਭਲੇ। ਕਹਿੰਦੇ ਫਿਰ ਜੰਬੂ ਨਗਰ ਦੇ ਵਿੱਚ ਜਾਂ ਜੰਮੂ ਦੇ ਵਿੱਚ ਕਹਿੰਦੇ ਇੱਕ ਰਾਜਾ ਪੈਦਾ ਹੋਵੇਗਾ ਭਲੀ ਪ੍ਰਕਾਰ। ਰਾਜ ਕਰੇਗੇ ਸਿੰਘ ਮਿਲੇ। ਕਹਿੰਦੇ ਉਹ ਜੰਮੂ ਵਾਲਾ ਰਾਜਾ ਨਾ ਸਿੰਘਾਂ ਨਾਲ ਮਿਲ ਕੇ ਰਾਜ ਕਰੇਗਾ। ਹੁਣ ਜਿਹੜੀਆਂ ਇਹ ਗੱਲਾਂ ਲਿਖੀਆਂ ਤਾਂ ਇਹਦਾ ਕਰਕੇ ਹੈ ਵੀ ਜੰਮੂ ਵਾਲਿਆਂ ਦੀ ਵਿੱਚ ਸਾਂਝ ਭਿਆਲੀ ਪਾ ਲਈ ਜਾਵੇ ਉਹਨਾਂ ਰਾਜਿਆਂ ਦੀ। ਸੋ ਇਸ ਕਰਕੇ ਇਹ ਰਲਾ ਪੈਦਾ ਕੀਤਾ ਗਿਆ। ਤੇ ਲਿਖਤ ਮੁਤਾਬਕ ਅਰਥ ਬਣਦੇ ਆ ਕਿ ਜਿਹੜਾ ਜੰਮੂ ਦਾ ਰਾਜਾ ਹੈ ਸੋ ਉਹ ਸਿੰਘਾਂ ਨਾਲ ਮਿਲ ਕੇ ਰਾਜ ਕਰੇਗਾ। 3000 ਕੋਸ ਕੇ ਅੰਦਰ, 3000 ਕੋਹ ਦੇ ਅੰਦਰ ਅੰਦਰ ਜਿਹੜੇ ਖਾਲਸਾ ਪਾਵੇ ਦੁੰਦਰ। ਕਹਿੰਦੇ ਖਾਲਸਾ ਐ ਨੱਚਦਾ ਟੱਪਦਾ, ਦੁੰਦਰ ਪਾਉਂਦਾ, ਧਮਾਲਾਂ ਪਾਉਂਦਾ, ਰੌਲਾ ਰੱਪਾ ਜਕਾਰੇ ਛੱਡਦਾ ਫਿਰੇਗਾ। ਕਿਸੂ ਦੇਸ ਦਾਮ ਲੈ ਭੇਟ। ਹਾਂ ਕਿਸੇ ਦੇਸ਼ ਤੋਂ ਜਾ ਕੇ ਦਾਮ ਲਿਆ ਕਰੇਗਾ, ਭੇਟਾ ਲਿਆ ਕਰੇਗਾ, ਟੈਕਸ ਲਿਆ ਕਰੇਗਾ ਕਿ ਚਲੋ ਭਾਈ ਤੁਸੀਂ ਰਾਜ ਕਰਨਾ ਕਰੀ ਜਾਓ, ਪਰ ਸਾਨੂੰ ਸਾਡਾ ਜਿਹੜਾ ਬਣਦਾ ਟੈਕਸ ਦੇ ਦਿਓ। ਕਾਮ ਲਿਆਵੇ ਰਾਜ ਸਮੇਤ। ਤੇ ਜਿਹੜਾ ਨਾ ਦਿਆ ਕਰੂਗਾ ਫਿਰ ਕਹਿੰਦੇ ਖਾਲਸਾ ਉਹਦਾ ਰਾਜ ਹੀ ਸਮੇਟ ਕੇ ਲੈ ਆਇਆ ਕਰੂਗਾ, ਉਹਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਕਰੂਗਾ। ਸੰਬਰ ਦਾਸ ਸੁਜਾਨ। ਸਤਿਗੁਰੂ ਜੀ ਕਹਿੰਦੇ ਹੇ ਬਿਸ਼ੰਬਰ ਦਾਸ ਸੂਝਵਾਨ ਸੁਜਾਨ ਸਿੱਖਾ। ਇਹ ਵਿਚਾਰੋ ਅਨੰਦ ਮਹਾਨ। ਕਹਿੰਦੇ ਐਵੇਂ ਵਿਚਾਰੋ ਕਿ ਇਹ ਬੜਾ ਮਹਾਨ ਆਨੰਦ ਹੋਵੇਗਾ। ਜੋ ਨਿਜ ਘਰ ਤੂੰ ਮਮ ਸਿੱਖ। ਹਾਂ ਭਾਈ ਸਿੱਖਾ ਤੂੰ ਮੇਰਾ ਬੜਾ ਪਿਆਰਾ ਸਿੱਖ ਹੈ, ਹੁਣ ਆਪਣੇ ਘਰ ਉਜੈਨਪੁਰੀ ਨੂੰ ਜਾ। ਹੋਵੇਗੀ ਸੁਧ ਭੂਤ ਭਵਿਖ। ਜਦੋਂ ਤੂੰ ਘਰ ਜਾਵੇਂਗਾ ਤੇਰੇ ਤੇ ਗੁਰੂ ਨਾਨਕ ਸਾਹਿਬ ਦੀ ਐਸੀ ਬਖਸ਼ਿਸ਼ ਹੋਵੇਗੀ ਸੁਧ ਭੂਤ ਭਵਿਖ। ਤੈਨੂੰ ਭੂਤ ਕਾਲ ਦੀ, ਬੀਤੇ ਕਾਲ ਦੀ ਔਰ ਭਵਿੱਖਤ ਕਾਲ ਆਉਣ ਵਾਲੇ ਸਮੇਂ ਦੀ ਸਾਰੀ ਸੋਝੀ ਹੋ ਜਾਵੇਗੀ। ਕਾਰਜ ਸਕਲ ਸੰਪੂਰਨ ਹੋਏ। ਤੇਰੇ ਸਕਲ ਸਾਰੇ ਜਿੰਨੇ ਕਾਰਜ ਹੈ ਉਹ ਸੰਪੂਰਨ ਹੋਣਗੇ। ਦੁੱਖ ਅਰ ਦਰਦ ਘਰ ਤੇ ਖੋਵੇ। ਹਰ ਪ੍ਰਕਾਰ ਦੇ ਦੁੱਖ, ਦਰਿਦਰ, ਗਰੀਬੀ ਤੇਰੇ ਘਰ ਤੋਂ ਚਲੀ ਜਾਵੇਗੀ। ਇਤ ਆਦਿਕ ਕਹਿ ਸਤਿਗੁਰ ਪੂਰੇ। ਇਸ ਪ੍ਰਕਾਰ ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖ ਕੇ ਤੇ ਸਬਾਤੇ ਦੇ ਦਰ ਰੂਰੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚੋਂ ਉੱਠ ਗਏ। ਇਸ ਪ੍ਰਕਾਰ ਦੇ ਰੂਰੇ ਸੁੰਦਰ ਬਚਨ ਕਰਕੇ, ਸੁੰਦਰ ਵਰਦਾਨ ਦੇ ਕੇ, ਆਸ਼ੀਰਵਾਦ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚੋਂ ਉੱਠ ਕੇ ਚਲੇ ਗਏ। ਸਭ ਆਪਣੇ ਡੇਰੇ ਗਏ। ਤੇ ਬਾਕੀ ਵੀ ਸਾਰੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਸਿੱਖ ਸੰਗਤ। ਦੋਹੇ ਸੰਗ ਐਵੇਂ ਭਾਖਤ ਭਏ। ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾ, ਇਹ ਭਾਈ ਰਾਮ ਕੋਇਰ ਜੀ ਕਹਿ ਰਹੇ ਆ
ਕਿ ਮੈਨੂੰ ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਹਿਣ ਲੱਗੇ। ਸੁਣ ਗੁਰ ਬਖਸ਼ ਸਿੰਘ ਇਹ ਬਾਤ। ਕਿਉਂਕਿ ਪਹਿਲਾਂ ਦੱਸ ਦਿੱਤਾ ਹੈ ਕਿ ਭਾਈ ਰਾਮ ਕੁਐਰ ਜੀ ਨੇ ਜਦੋਂ ਅੰਮ੍ਰਿਤ ਛਕ ਲਿਆ ਤੇ ਉਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖ ਦਿੱਤਾ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸੰਬੋਧਨ ਹੋ ਕੇ ਕਹਿਣ ਲੱਗੇ, ਭਾਈ ਗੁਰਬਖਸ਼ ਸਿੰਘ ਇਹ ਬਚਨ ਸੁਣੋ। ਰਾਤ ਬਤੀਤੇ ਹੋਏ ਜਬ ਪ੍ਰਾਤ। ਕਹਿੰਦੇ ਜਦੋਂ ਰਾਤ ਬੀਤ ਜਾਵੇਗੀ, ਰਾਤ ਦਾ ਸਮਾਂ ਲੰਘ ਕੇ ਸਵੇਰ ਹੋ ਜਾਏਗੀ, ਗਮਨੋ ਸਿੱਖ ਉਜੈਨੀ ਪਾਸ। ਤੁਸੀਂ ਉਜੈਨੀ ਸਿੱਖ ਬਿਸ਼ੰਬਰ ਦਾਸ ਦੇ ਕੋਲ ਜਾਇਓ ਮਾਨੋ ਸੰਗ ਬਿਸ਼ੰਬਰ ਦਾਸ। ਤੇ ਭਾਈ ਬਿਸ਼ੰਬਰ ਦਾਸ ਨੂੰ ਆਪਣੇ ਨਾਲ ਲੈ ਕੇ ਆਇਓ। ਸਾਹਿਬ ਸਿੰਘ ਆਦ ਸੁਨ ਸਰੋਤੇ। ਤੇ ਸਾਹਿਬ ਸਿੰਘ ਤੇ ਹੋਰ ਜਿਹੜੇ ਸਰੋਤੇ ਇਹ ਕਥਾ ਭਾਈ ਰਾਮ ਕੁਐਰ ਜੀ ਤੋਂ ਸੁਣ ਰਹੇ ਆ ਨਾ, ਸੋ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਸਰੋਤਾ ਜਨੋ, ਮੰਦਰ ਮੈਂ ਗੁਰ ਪ੍ਰਵੇਸ਼ਨ ਹੋਤੇ। ਸਤਿਗੁਰੂ ਜੀ ਆਪਣੇ ਨਿਜ ਅਸਥਾਨ ਸੁਖ ਆਸਨ ਸਥਾਨ ਤੇ ਚਲੇ ਗਏ। ਸੁਣ ਕਰ ਮੈਂ ਬੰਧਨ ਕਰ ਮੁਰਿਓ। ਸਤਿਗੁਰਾਂ ਤੋਂ ਇਹ ਬਚਨ ਸੁਣ ਕੇ ਮੈਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਮੁੜ ਆਇਆ। ਨਿਜ ਥਲ ਖਾਣ ਪਾਣ ਕੋ ਕਰਿਓ। ਮੈਂ ਆਪਣੇ ਨਿਜ ਸਥਾਨ ਤੇ ਆਇਆ ਤੇ ਲੰਗਰ ਪਾਣੀ ਛਕ ਲਿਆ। ਸੁਖ ਜਥਾ ਸੁਖ ਰਾਤ ਬਿਤਾਈ। ਫਿਰ ਕਹਿੰਦੇ ਬੜੇ ਸੁੱਖ ਦੇ ਨਾਲ ਰਾਤ ਸਾਰੀ ਬਤੀਤ ਕੀਤੀ। ਜਾਗੇ ਜਗ ਪ੍ਰਭਾਤ ਹੋਏ ਆਈ। ਕਹਿੰਦੇ ਜਦੋਂ ਸੁਬਾਹ ਦਾ ਪ੍ਰਭਾਤ ਦਾ ਅੰਮ੍ਰਿਤ ਦਾ ਵੇਲਾ ਹੋਇਆ ਤੇ ਉਸ ਵੇਲੇ ਫਿਰ ਮੈਂ ਜਾਗ ਪਿਆ। ਸੋ ਇੱਥੇ ਆਪਾਂ ਵਿਸ਼ਰਾਮ ਦੇਵਾਂਗੇ ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ। ਅੱਗੇ ਚੱਲ ਰਹੇ ਪ੍ਰਸੰਗ ਦੇ ਵਿੱਚ ਜਿਵੇਂ ਹੋਰ ਇਹ ਸਾਖੀ ਅੱਗੇ ਲਿਖੀ ਹੋਈ ਆਏਗੀ, ਆਪਾਂ ਅੱਖਰੀ ਅਰਥ ਵੀ ਕਰਾਂਗੇ ਤੇ ਨਾਲ ਨਾਲ ਗੁਰਮਤਿ ਦਾ ਆਸ਼ਾ ਵੀ ਦੇਖਾਂਗੇ ਕਿ ਕਿੱਥੇ ਗੁਰਮਤਿ ਅਨੁਸਾਰ ਠੀਕ ਹੈ, ਕਿੱਥੇ ਮਨਮਤ ਦਾ ਰਲਾ ਹੋਇਆ ਹੈ। ਸੋ ਆਪਾਂ ਇਹਨੂੰ ਸਕਿਪ ਨਹੀਂ ਕਰਦੇ, ਪ੍ਰਸੰਗ ਨੂੰ ਛੱਡਾਂਗੇ ਨਹੀਂ, ਐਵੇਂ ਹੀ ਵਿਚਾਰਦੇ ਜਾਵਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਰਬੱਤ ਸੰਗਤਾਂ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਸੁਖ ਜਥਾ ਸੁਖ ਰਾਤ ਬਿਤਾਈ। ਜਾਗੇ ਜਬ ਪ੍ਰਭਾਤ ਹੋਏ ਆਈ। हे गोविंद हे गोपाल हे दयाल लाल। प्राणनाथ नाथ सखे दीन दर्द निवार। हे समर्थ आगम पूर्ण मोहे मया हार। हे समर्थ आगम पूर्ण मोहे मया तार। अंधकूप महापयान नानक पार उतार। आए प्रभ शरणागति किरपा निध दयाल। एक अखर हर मन बस्त नानक होत। वाहिगुरु जी का खालसा वाहिगुरु जी की फतेह।